ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 18 ਅਪ੍ਰੈਲ ਦਿਨ ਮੰਗਲਵਾਰ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਪੰਜਾਬ ਤੋਂ। ਮਿੰਟੂ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਜੇਕਰ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਹੈ, ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਕਾਲ ਕਰੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 ਦੇ ਉੱਤੇ। GK ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ। GN ਟਾਇਰ ਐਂਡ ਲੂਬ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ, ਕਾਲ ਨਿਮਾ ਸਹੋਤਾ 2092770113। ਬੂਟਾ ਸਿੰਘ ਰਣੀਪੁਰ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਭੇਜਿਆ ਜੀ ਸਮਨ। ਜੀ ਦੇਖੋ, ਜਦੋਂ ਪਿਛਲੀ ਵਾਰੀ ਸਮਨਿੰਗ ਹੋਈ ਸੀਗੀ ਤਾਂ ਉਸ ਵੇਲੇ ਬੜਾ ਵੱਡਾ ਵਿਵਾਦ ਛਿੜਿਆ ਸੀਗਾ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਤਾਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਉਹ ਰੁਝੇਵੇਂ ਦੇ ਵਿੱਚ ਹੈ, ਤੇ ਫਿਰ ਬਾਅਦ ਦੇ ਵਿੱਚ ਸਮਾਚਾਰ ਇਹ ਸੀਗਾ ਕਿ ਸ਼ਾਇਦ 20 ਅਪ੍ਰੈਲ ਨੂੰ ਇਹਨਾਂ ਨੂੰ ਤਲਬ ਕੀਤਾ ਜਾਏਗਾ। ਪਰ ਹੋਇਆ ਕਿ ਫਿਰ 13 ਤਰੀਕ ਨੂੰ ਜਦੋਂ ਇਹਨਾਂ ਨੇ PC ਕੀਤੀ ਸੀ, ਕੁਝ ਦਲਿਤ ਮੁੱਦਿਆਂ ਤੇ, ਅਸੀਂ ਭਾਈਚਾਰੇ ਦੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਸੀ, ਕੋਈ ਸਵਾਲਾਤ ਹੋ ਚੁੱਕੇ ਸਨ, ਤਾਂ ਇਹ ਦੱਸਦੇ ਆ ਕਿ ਇਹਨਾਂ ਨੂੰ ਕਥਿਤ ਤੌਰ ਤੇ WhatsApp ਤੇ ਸੰਬੰਧ ਘਲਾ ਦਿੱਤਾ ਗਿਆ ਕਿ ਸਵੇਰੇ ਆ ਕੇ ਮਿਲ ਜਾਓ 14 ਤਰੀਕ ਨੂੰ। ਤਾਂ ਉਸ ਦਿਨ ਵਿਸਾਖੀ ਵੀ ਸੀਗੀ, ਉਸ ਦਿਨ ਅੰਬੇਦਕਰ ਜੀ ਦਾ ਜਨਮ ਦਿਨ ਵੀ ਸੀਗਾ। ਤਾਂ ਫਿਰ ਇਹਨਾਂ ਨੇ ਇੱਕ PC ਜਾਣ ਲੱਗਿਆਂ ਕੀਤੀ ਸੀ, ਜਿਹਦੇ ਵਿੱਚ ਆਪਣੀ ਜੋ ਇਹਨਾਂ ਦੀ ਪ੍ਰਾਪਰਟੀ ਬਾਰੇ ਦਾਅਵਾ ਕੀਤਾ ਗਿਆ ਸੀ ਉਹਦੀ ਵੀ ਗੱਲ ਕੀਤੀ ਸੀ, ਤੇ ਫਿਰ ਨਾਲ ਦੱਸਿਆ ਸੀਗਾ ਕਿ ਮੈਨੂੰ ਵਿਸਾਖੀ ਵਾਲੇ ਦਿਨ ਤੰਗ ਪਰੇਸ਼ਾਨ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਚੰਨੀ ਸਾਹਿਬ ਨੇ ਤੇ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ, ਮੈਨੂੰ ਗ੍ਰਿਫਤਾਰ ਵੀ ਕਰ ਸਕਦੇ ਆ। ਤਾਂ ਮਤਲਬ ਕਿ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਆਸੀ ਪੂਰਾ ਆਪਸ ਦੇ ਵਿੱਚ ਇਹਨਾਂ ਦਾ ਰੋਲ ਘਚੋਲ ਹੋਇਆ ਜੀ। ਹੁਣ ਫਿਰ ਦੁਬਾਰਾ 21 ਤਰੀਕ ਨੂੰ, ਯਾਨੀ ਅੱਜ ਤੋਂ ਲਾ ਲਓ ਬਈ 2 ਦਿਨ ਬਾਅਦ ਇਹਨਾਂ ਨੂੰ ਫੇਰ ਪੇਸ਼ ਹੋਣ ਵਾਸਤੇ ਕਿਹਾ ਗਿਆ। ਤਾਂ ਦੇਖੋ, ਜਾਣਾ ਤਾਂ ਪਏਗਾ ਕਿਉਂਕਿ ਇਹ ਚੀਫ ਮਿਨਿਸਟਰ ਰਹੇ ਨੇ। ਚੀਫ ਮਿਨਿਸਟਰ ਜਦੋਂ ਰਹੇ ਆ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ। ਤਾਂ ਜਾਣ ਤੋਂ ਤਾਨਾਕਾਨੀ ਨਹੀਂ ਕਰ ਸਕਦੇ। ਇਹਨਾਂ ਨੇ ਵੈਸੇ ਆਪਣੀ ਗੱਲ ਜਿਹੜੀ ਰੱਖੀ ਆ ਉਹਦੇ ਵਿੱਚ ਦੇਖੋ, ਇੱਕ ਦੋ ਚੀਜ਼ਾਂ ਨੇ ਕਿ ਜਲੰਧਰ ਜ਼ਿਮਨੀ ਚੋਣ ਦੇ ਮੱਦੇ ਨਜ਼ਰ ਇਹ ਕਾਲੀ ਜਿਹੜੀ ਵਿਖਾਈ ਜਾ ਰਹੀ ਆ, ਇਹਨੂੰ ਜੋੜਿਆ ਜ਼ਰੂਰ ਜਾ ਰਿਹਾ ਚੋਣ ਦੇ ਨਾਲ ਕਿ ਸ਼ਾਇਦ ਆਮ ਆਦਮੀ ਪਾਰਟੀ, ਕਿਉਂਕਿ ਚੰਨੀ ਸਾਹਿਬ ਉਸ ਇਲਾਕੇ ਦੇ ਵਿੱਚ ਵੀ ਅਸਰ ਪਾਉਂਦੇ ਨਜ਼ਰ ਆਉਂਦੇ ਨੇ, ਕਿਉਂਕਿ ਡੇਰਾ ਬੱਲਾ ਦੇ ਨਾਲ ਅੱਛੀ ਇਹਨਾਂ ਦੀ ਹੈਗੀ ਆ, ਤੇ ਹੋਰ ਵੀ ਅਸੀਂ ਭਾਈਚਾਰੇ ਦੇ ਵਿੱਚ ਪਹੁੰਚ ਹੈਗੀ ਆ। ਤਾਂ ਇਸ ਕਰਕੇ ਇੱਕ ਤੇ ਇਹ ਹੈ ਕਿ ਬਈ ਇਹ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਨੇ। ਦੂਸਰਾ ਇੱਕ ਹੋਰ ਵੀ ਹੈ ਕਿ ਇਹ ਦੇਖੋ, ਚਾਹੇ ਕਰੁਣਾਨਿਧੀ, ਜਯਾ ਲਲਿਤਾ, ਬਾਦਲ, ਅਮਰਿੰਦਰ ਸਿੰਘ ਚੌਟਾਲੇ ਤਾਂ ਸਜ਼ਾ ਯਾਫਤਾ ਹੀ ਹੋ ਗਏ ਸਨ। ਅਬਦੁੱਲਾ, ਕਿਹੜਾ ਮੁੱਖ ਮੰਤਰੀ ਹੈ ਜਿਹੜਾ ਬਚਿਆ ਹੋਏਗਾ? ਯੇਦੀਯੂਰੱਪਾ ਜੀ। ਸਾਰਿਆਂ ਨੂੰ ਇਸ ਤਰ੍ਹਾਂ ਦੇ ਦੌਰ ਚੋਂ ਗੁਜ਼ਰਨਾ ਹੀ ਪਿਆ, ਪਰ ਉਸਨੂੰ ਜੋੜਨਾ ਕਿ ਮੈਂ ਗਰੀਬ ਹਾਂ। ਦੇਖੋ, ਅਲਾਨੀਆ 9 ਕਰੋੜ 44 ਲੱਖ ਦੀ ਇਹਨਾਂ ਦੀ ਪ੍ਰਾਪਰਟੀ ਆ। ਜ਼ਿਮੀਂਦਾਰਾ ਫਿਲਿੰਗ ਸਟੇਸ਼ਨ 'ਚ 26 ਲੱਖ 40 ਹਜ਼ਾਰ ਦੀ ਕੈਪੀਟਲ ਇਨਵੈਸਟਮੈਂਟ ਆ। ਇਹ ਸਾਡੇ ਕੋਲ ਹਲਫਨਾਮੇ ਇਹਨਾਂ ਦੇ, ਡਿਕਲੇਰੇਸ਼ਨ ਹੈ ਕਿ 9 ਕਰੋੜ 44 ਲੱਖ ਦੀ ਪ੍ਰਾਪਰਟੀ ਹੈ ਇਹਨਾਂ ਦੇ ਕੋਲ ਜੀ। ਤੋ ਇਹ ਹੁਣ ਇਸ ਚੀਜ਼ ਨੂੰ ਜੋੜਨਾ ਕਿ ਜੀ ਮਤਲਬ ਮੈਂ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਜਾਂ ਮੈਂ ਗਰੀਬ ਹਾਂ ਇਸ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਐਸਾ ਨਹੀਂ ਹੈ। ਇਸ ਚੀਜ਼ ਨੂੰ ਤੇ ਮੈਂ ਕਹਾਂਗਾ ਕਿ ਨਹੀਂ, ਇਹਨਾਂ ਨੂੰ ਵਾਰ-ਵਾਰ ਉਭਾਰਨਾ ਚਾਹੀਦਾ। ਹਾਂ,
ਪੋਲੀਟੀਕਲੀ ਆਪਾਂ ਦੇਖਦੇ ਹਾਂ ਕਿ ਇੱਕ ਦੂਜੇ ਨੂੰ ਪਛਾੜਨ ਦਾ ਯਤਨ ਜ਼ਰੂਰ ਕੀਤਾ ਜਾਂਦਾ ਹੈ, ਤਾਂ ਉਹ ਹੋ ਸਕਦਾ ਹੈ ਜਲੰਧਰ ਜ਼ਿਮਨੀ ਚੋਣ ਵਾਸਤੇ ਕਾਹਲੀ ਕੀਤੀ ਜਾ ਰਹੀ ਹੈ। ਪਰ ਇਹਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਜੇ ਕੁਛ ਇਹਨਾਂ ਨੇ ਕੀਤਾ ਹੀ ਨਹੀਂ ਤੇ ਫਿਰ ਇਹ ਕੋਈ ਵੀ ਤਾਕਤ ਇਹਨਾਂ ਨੂੰ ਫਸਾ ਨਹੀਂ ਸਕਦੀ। ਹਾਂ, ਖੱਜਲ ਖੁਆਰੀ ਤਾਂ ਹੁੰਦੀ ਆ, ਪਰ ਜਦੋਂ ਤੁਸੀਂ ਸੱਤਾ ਭੋਗੀ ਹੋਵੇ ਤੁਹਾਨੂੰ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਂਦੇ। ਮੈਂ ਬਹੁਤ ਸਾਰੇ ਨਾਮ ਲੈ ਦਿੱਤੇ ਆ ਤੇ ਹੋ ਸਕਦਾ ਇੱਥੋਂ ਦੂਣੇ ਤੀਣੇ ਐਸੇ ਹੋਣ ਜਿਹੜੇ ਰਹਿ ਗਏ ਹੋਣ ਮੇਰੇ ਕੋਲ, ਕਿਉਂਕਿ ਇੱਥੇ ਤੇ ਤੁਹਾਨੂੰ ਪਤਾ ਨਾ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਗੇੜੇ ਖਵਾ ਦਿੱਤੇ ਸੀ ਅਗਲੇ ਤੇ ਇਹ ਚੀਜ਼ਾਂ ਨੇ ਜੋ ਬਹੁਤ ਵਾਰੀ ਇਸ ਤਰ੍ਹਾਂ ਹੋਇਆ। ਤਾਂ ਦੇਖੋ ਹੁਣ ਇਸ ਮਾਮਲੇ 'ਚ ਵੈਸੇ ਅੱਗੇ ਕੀ ਹੁੰਦਾ, ਪਰ ਰਾਜਨੀਤੀ ਰੱਜ ਕੇ ਆ, ਇਹ ਵੀ ਕਰ ਰਹੇ ਆ, ਉਹ ਵੀ ਕਿਤੇ ਨਾ ਕਿਤੇ ਇਸ ਪੇਸ਼ੋ ਪੇਸ਼ੀ ਤੇ ਕਰ ਰਹੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਢੀਂਡਸਾ ਹੋਣਾ ਨੇ ਦਿੱਤਾ ਭਾਜਪਾ ਨੂੰ ਸਮਰਥਨ। ਦੇਖੋ ਇਹ ਕੱਲ ਕਿ ਪਰਸੋਂ ਇਹਨਾਂ ਦੀ ਜਿਹੜੀ ਰੂਪਾਨੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਜੀ ਤੇ ਉਹ ਤੋਂ ਸਾਫ਼ ਹੀ ਸੀਗਾ, ਸਪਸ਼ਟ ਸੀਗਾ ਕਿ ਹੋਰ ਇਹਨਾਂ ਨੇ ਉੱਥੇ ਬਹਿ ਕੇ ਦੇਖੋ ਕੋਈ ਗੱਲ ਕੋਈ ਹੋਰ ਤਾਂ ਕਰਨੀ ਨਹੀਂ। ਕੋਈ ਇਹ ਤਾਂ ਹੈ ਨਹੀਂਗਾ ਕਿ ਉੱਥੇ ਕੋਈ ਹੋਰ ਗੱਲਾਂ ਹੋਣਗੀਆਂ। ਰਾਜਨੀਤਿਕ ਲੋਕ ਨੇ, ਰਾਜਨੀਤੀ ਦੀਆਂ ਗੱਲਾਂ ਕਰੂਗੇ। ਤੇ ਜਦੋਂ ਜਲੰਧਰ ਜ਼ਿਮਨੀ ਚੋਣ ਸਿਰ ਤੇ ਸੀ ਤੇ ਇਸ ਤੋਂ ਇਲਾਵਾ ਇਹਨਾਂ ਦੇ ਆਪਣੇ ਬੰਦੇ ਨੇ ਜਿਹੜੇ ਕਿਸੇ ਸਮੇਂ ਇਹਨਾਂ ਦੇ ਸਾਥੀ ਰਹੇ ਅਟਵਾਲ ਸਾਹਿਬ, ਉਹਨਾਂ ਨੇ ਕਾਗਜ਼ ਅਗਲੇ ਦਿਨ ਭਰਨੇ ਸੀ, ਅੱਜ ਉਹਨਾਂ ਨੇ ਕਾਗਜ਼ ਦਾਖਲ ਕੀਤੇ ਆ। ਐਨ ਮੌਕੇ ਤੇ ਜਿਹੜੀ ਇਹ ਮੀਟਿੰਗ ਹੋਈ ਸੀਗੀ ਢੀਂਡਸਾ ਸਾਹਿਬ ਦੇ ਨਾਲ ਉੱਥੇ ਚੰਡੀਗੜ੍ਹ ਵਾਲੀ ਰਿਹਾਇਸ਼ ਤੇ ਰੂਪਾਨੀ ਸਾਹਿਬ ਦੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਗੁਜਰਾਤ ਦੇ, ਤਾਂ ਉਹ ਸਾਫ਼ ਸੀ, ਸੰਕੇਤ ਸੀ, ਸਪਸ਼ਟਤਾ ਸੀ ਉਹਦੇ ਵਿੱਚ ਕਿ ਦਰਅਸਲ ਇਹ ਅਜਿਹਾ ਹੀ ਹੋਏਗਾ ਕਿ ਜਲੰਧਰ ਜ਼ਿਮਨੀ ਚੋਣ ਦੇ ਸੰਦਰਭ ਦੇ ਵਿੱਚ ਇਹਨਾਂ ਦੀ ਜਿਹੜੀ ਇਹ ਮੁਲਾਕਾਤ ਆ ਉਹ ਮਾਇਨਾਖੇਜ਼ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਸਾਫ਼ ਸਪਸ਼ਟ ਹੋ ਗਿਆ ਕਿਉਂਕਿ ਮੋਹਰ ਲੱਗ ਗਈ ਆ। ਇਹਨਾਂ ਨੇ ਸਾਫ਼ ਕਰ ਦਿੱਤਾ ਢੀਂਡਸਾ ਹੋਰਾਂ ਨੇ ਕਿ ਅਕਾਲੀ ਦਲ ਸੰਯੁਕਤ ਹੈ ਜਿਹੜਾ ਉਹ ਭਾਈ ਸਿੱਧਾ ਮੋਰਚਾ ਦੇ ਸਿੱਧਾ ਸਮਰਥਨ ਦੇਵੇਗਾ ਭਾਰਤੀ ਜਨਤਾ ਪਾਰਟੀ। ਤਾਂ ਹੁਣ ਸਾਫ਼ ਹੈ, ਸਪਸ਼ਟ ਹੈ ਕਿ ਇਹ ਜਿਹੜਾ ਇਹਨਾਂ ਦਾ ਅਕਾਲੀ ਦਲ ਸੰਯੁਕਤ ਆ ਉਹ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰੇਗਾ। ਦੇਖੋ ਬੜਾ ਸਾਫ਼ ਹੈ, ਸਪਸ਼ਟ ਆ ਕਿ ਢੀਂਡਸਾ ਸਾਹਿਬ ਤੇ ਜਦੋਂ ਅਕਾਲੀ ਦਲ ਛੱਡਿਆ ਹੀ ਨਹੀਂ ਸੀਗਾ, ਠੀਕ ਉਦੋਂ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਦੇ ਨਾਲ ਇਹਨਾਂ ਦੀ ਗੂੜੀ ਮਿੱਤਰਤਾ ਸੀਗੀ। ਤਾਂ ਹੁਣ ਤਾਂ ਸਾਫ਼ ਹੈ, ਸਪਸ਼ਟ ਆ, ਭਾਵੇਂ ਕਿਸੇ ਨੂੰ ਕੋਈ B ਟੀਮ ਲੱਗੇ, ਕਿਸੇ ਨੂੰ C ਟੀਮ ਲੱਗੇ, ਤਾਂ ਉਹ ਤਾਂ ਗੱਜ ਵੱਜ ਕੇ ਉਹ ਤੇ ਇਹ ਕਹਿੰਦੇ ਆ ਕਿ ਪਾਰਟੀ ਦਾ ਵਫਦ ਪੰਥ ਅਤੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨਾਲ ਕਰੇਗਾ ਮੁਲਾਕਾਤ। ਮਤਲਬ ਕਿ ਜਿਵੇਂ ਇੱਕ ਹਿੱਸਾ ਪੰਥ ਦਾ ਬਾਦਲ ਸਾਹਿਬ ਉਹ ਮਤਲਬ ਕਿ ਠੇਕੇਦਾਰ ਬਣੇ ਹੋਏ ਨੇ, ਉਸੇ ਤਰ੍ਹਾਂ ਇੱਕ ਛੋਟੇ ਜਿਹੇ ਹਿੱਸੇ ਦੇ ਹੋਣੇ ਠੇਕੇਦਾਰ ਬਣ ਗਏ ਨੇ ਕਿ ਆਪਣੇ ਪੱਧਰ ਤੇ ਉਹ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਹੁੰਦੀ ਆ ਅੱਖਾਂ ਪੂੰਝਣ ਵਾਸਤੇ ਕਹਿਣਗੇ ਕਿ ਅਸੀਂ ਜੀ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਾਂਗੇ, ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਾਂਗੇ। ਜਦੋਂ ਇਲੈਕਸ਼ਨ ਲੰਘ ਜਾਂਦਾ ਹੈ ਨਾ ਦਰਪੇਸ਼ ਰਹਿੰਦੀਆਂ ਨਾ ਯਾਦਾਂ ਤੇ ਨਾ ਹੀ ਇਹਨਾਂ ਨੂੰ ਹੱਲ ਸੁਝਦੇ ਆ, ਬਸ ਫਿਰ ਚੁੱਪ ਕਰਕੇ ਬਹਿ ਜਾਂਦੇ ਆ। ਕੁਛ ਨਹੀਂ ਹੈਗਾ ਤੇ ਇਹਨਾਂ ਮਤਲਬ ਕਿ ਤਿਲਾਂ 'ਚ ਤੇਲ ਹੈ ਨਹੀਂ। ਜੇ ਜਦੋਂ ਇਹ ਅੱਡ ਹੋਏ ਸੀ ਮੈਂ ਉਦੋਂ ਵੀ ਕਿਹਾ ਸੀਗਾ ਰਣਜੀਤ ਸਿੰਘ ਬ੍ਰਹਮਪੁਰਾ ਹੋ ਰਹੇ ਬਾਰੇ ਵੀ ਤੇ ਸਾਰਿਆਂ ਬਾਰੇ ਕਿ ਬਾਈ ਇਹ ਬਾਜੂ ਸਾਡੇ ਅਜ਼ਮਾਏ ਹੋਏ ਨੇ, ਨਾ ਇਹਨਾਂ ਕੋਲ ਚੱਜ ਦੀ ਭਾਸ਼ਣ ਕਲਾ ਹੈ, ਨਾ ਕੋਈ ਵਿਜ਼ਨ ਆ। ਪੁਰਾਣੇ ਸਮਿਆਂ ਦੇ ਲੀਡਰ ਸੀ, ਤੁਰਦੇ ਆਏ ਆ, ਪਰ ਇੱਕ ਮੌਕਾ ਆਉਂਦਾ ਜਦੋਂ ਗੱਡੀ ਦੇ ਟਾਇਰ ਵੀ ਬਦਲਣੇ ਪੈਂਦੇ ਆ, ਉਹ ਜ਼ਰੂਰਤ ਬਣ ਜਾਂਦੀ ਹੈ। ਤਾਂ ਹੁਣ ਅੱਜ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਹੁਣ ਬਹੁਤਾ ਕੁਛ ਮੈਨੂੰ ਨਹੀਂ ਲੱਗਦਾ ਕਿ ਢੀਂਡਸਾ ਸਾਹਿਬ ਹੋਰਾਂ ਦੇ ਪੱਲੇ ਹੈਗਾ। ਹਾਂ, ਇਹ ਹਾਜ਼ਰੀਆਂ ਹੈਗੀਆਂ, ਇਹ ਜ਼ਰੂਰ ਆ ਕਿ ਐਨ ਸਮੇਂ ਦਰ ਸਮੇਂ ਇਹ ਲਵਾ ਦਿੰਦੇ ਕਿਤੇ ਨਾ ਕਿਤੇ। ਸੋ ਭਾਰਤੀ ਜਨਤਾ ਪਾਰਟੀ ਦੀ ਜਿੱਥੋਂ ਤੱਕ ਗੱਲ ਹੈ, ਭਾਰਤੀ ਜਨਤਾ ਪਾਰਟੀ ਉਹ ਫੂਈ ਤਲਾ ਭਰਨ ਵਾਲਾ ਯਤਨ ਕਰ ਰਹੀ ਆ ਕਿ ਬਈ ਜਿਹੜੇ ਯੂਪੀ ਵਾਲੇ ਵੋਟਰ ਹੈਗੇ ਆ ਉਹ ਵੀ ਭੁਗਤਾ ਲਈਏ, ਕੁਛ ਅਟਵਾਲ ਸਾਹਿਬ ਦਾ ਫਾਇਦਾ ਚਾ ਲਈਏ, ਕੁਛ ਆਪਣਾ ਜਿਹੜਾ ਉੱਥੇ ਉਹਦਾ ਵੀ ਵਟਾ ਲਈਏ। ਤੇ ਕੁੱਲ ਮਿਲਾ ਕੇ ਅਸੀਂ ਆਪਣੇ ਆਪ ਨੂੰ ਇੱਕ ਲੜਾਈ 'ਚ ਲੈ ਆਈਏ। ਸਮਝਦੇ ਹੋ ਨਾ, ਲੜਾਈ 'ਚ ਲੈ ਆਈਏ ਤਾਂ ਜਿੱਥੇ ਅਸੀਂ ਕਹੀਏ ਕਿ ਸਾਡਾ ਪੰਜਾਬ ਦੇ ਵਿੱਚ ਵੀ ਗ੍ਰਾਫ ਉੱਤੇ ਨੂੰ ਜਾ ਰਿਹਾ ਹੈ ਤੇ ਝੰਡੇ ਪਿੰਡਾਂ 'ਚ ਇਹਨਾਂ ਦੇ ਲੱਗਣੇ ਸ਼ੁਰੂ ਹੋ ਗਏ ਨੇ। ਮੈਂ 2 ਝੰਡੇ ਇੱਕ ਪਿੰਡ ਦੀ ਫਿਰਨੀ ਤੇ ਵੇਖੇ ਸਾਡੇ ਲੰਬੀ ਹਲਕੇ 'ਚ, ਬੜਾ ਅਚਰਜ ਹੋਇਆ ਕਿਉਂਕਿ ਮੈਂ ਉਹ ਸਮਾਂ ਮੈਨੂੰ ਯਾਦ ਹੈ, ਅਸੀਂ ਵੀ ਉਦੋਂ ਜੀਪਾਂ ਤੇ ਚੜੇ ਫਿਰਦੇ ਹੁੰਦੇ ਸਾਂ। ਮੈਂ ਇਮਾਨਦਾਰੀ ਨਾਲ ਕਹਾਂ ਅੱਜ ਤੋਂ 20 ਸਾਲ ਪਹਿਲਾਂ
ਉਦੋਂ ਇਹਨਾਂ ਨੇ ਪਿੰਡਾਂ 'ਚ ਇਕਾਈਆਂ ਆਣ ਬਣਾਈਆਂ ਸਨ। ਉਸ ਤੋਂ ਬਾਅਦ ਹੁਣ ਫੇਰ ਨਜ਼ਰ ਹੀ ਪੈ ਰਿਹਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬਾਈ ਗਰੋ ਕਰ ਰਹੇ ਹਾਂ। ਤਾਂ ਉਹਦੇ ਵਾਸਤੇ ਇਹ ਸਾਰੀ ਜਿਹੜੀ ਆ ਨਾ ਉਹ ਇਹਨਾਂ ਦੀ ਮਿਹਨਤ ਮੁਸ਼ੱਕਤ ਜਿਹੜੀ ਆ ਹੋ ਰਹੀ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਲਾਰੈਂਸ ਦਾ ਮਿਲਿਆ 7 ਦਿਨਾਂ ਦਾ ਰਿਮਾਂਡ NIA ਨੂੰ। ਦੇਖੋ, ਲਾਰੈਂਸ ਨੂੰ NIA ਵਾਲੇ ਲੈ ਗਏ ਸਨ ਕੱਲ ਹੀ, ਤੇ ਕੱਲ ਇਹਨੂੰ ਪੇਸ਼ ਕਰਨਾ ਸੀਗਾ ਕੋਰਟ ਦੇ ਵਿੱਚ, ਤੇ ਇਹ ਹੋ ਗਏ ਸਨ ਲੇਟ ਕਿਉਂਕਿ ਸਫ਼ਰ ਬੜਾ ਪੈ ਜਾਂਦਾ ਤਾਂ ਕੋਰਟ ਦੇ ਵਿੱਚ ਪੇਸ਼ ਨਹੀਂ ਸੀ ਕੀਤਾ ਗਿਆ। ਲਿਹਾਜ਼ਾ ਅੱਜ ਪੇਸ਼ੀ ਹੋਈ ਆ ਤੇ ਰਿਮਾਂਡ ਤੇ ਭੇਜ ਦਿੱਤਾ ਗਿਆ। ਕੇਸ ਇਹ 22 ਦਾ ਹੈ। ਵੈਸੇ ਮੀਡੀਆ ਦੇ ਵਿੱਚ ਬੜੀ ਘੱਟ ਜਾਣਕਾਰੀ ਹੈ ਇਸ ਕੇਸ ਦੇ ਬਾਬਤ ਕਿ ਕਿਸ ਕੇਸ ਦੇ ਵਿੱਚ ਇਹਨੂੰ ਲਿਆਂਦਾ ਗਿਆ ਦਿੱਲੀ, ਪਰ ਦੱਸਦੇ ਆ ਕਿ UAPA ਵਾਲਾ ਕੇਸ ਹੈ ਜਿਹੜਾ ਉਹਦੇ ਵਿੱਚ NIA ਲੈ ਕੇ ਆਈ ਆ। ਇਹ ਹੁਣ ਠੀਕ ਉਸ ਵੇਲੇ ਆ, NIA ਜਦੋਂ ਹਰਕਤ ਦੇ ਵਿੱਚ ਨਜ਼ਰ ਆਏਗੀ। ਇੱਕ ਤਾਂ ਇਹਨਾਂ ਕੋਲ ਮੁਕੱਦਮਾ ਉਹ ਪਹੁੰਚ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਸਫਾਰਤਖਾਨੇ 'ਚ ਭੰਨਤੋੜ ਹੋਈ ਸੀ, ਜਿਹੜੀ ਪ੍ਰਦਰਸ਼ਨ ਹੋਇਆ ਸੀ ਬਾਹਰ, ਤਾਂ ਤਿਰੰਗੇ ਵਾਲਾ ਮਾਮਲਾ। ਭੰਨਤੋੜ ਵੀ ਕੋਈ ਬਹੁਤਾ ਵੱਡਾ ਇਸ਼ੂ ਨਹੀਂ ਸੀਗਾ, ਤਿਰੰਗੇ ਦਾ ਮਾਮਲਾ ਸੀ ਜਿਹੜਾ। ਇੱਕ ਤਾਂ ਇਹ ਕੇਸ ਜਿਹੜਾ ਹੈ NIA ਵਾਲਾ ਮਾਮਲਾ, ਉਹ ਵਾਲਾ ਕੇਸ NIA ਨੇ ਲੈ ਲਿਆ ਹੱਥ 'ਚ। ਇੱਕ ਇਧਰ ਤੁਹਾਡੇ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਕੈਲੀਫੋਰਨੀਆ 'ਚ ਜੀ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਆਪਸ ਦੇ ਵਿੱਚ, ਕਿਉਂਕਿ ਉਹ ਜਿਹੜੀਆਂ ਗ੍ਰਿਫਤਾਰੀਆਂ ਕੈਲੀਫੋਰਨੀਆ ਵਾਲੀਆਂ ਨੇ, ਸਾਡਾ ਇੰਡੀਅਨ ਮੀਡੀਆ ਇਹ ਗੱਲ ਕਹਿੰਦਾ ਹੈ ਕਿ ਦਰਅਸਲ ਜੋ ਪਿਛਲੇ ਕੁਝ ਸਮੇਂ ਤੋਂ ਏਜੰਸੀਆਂ ਤਾਲਮੇਲ 'ਚ ਸਨ, ਤਾਂ ਉਹਦਾ ਵੀ ਇੱਕ ਰਿਜ਼ਲਟ ਹੈ ਜੀ, ਕਿਉਂਕਿ ਉਹ ਉੱਥੇ ਬੈਠੇ ਦੋ ਗ੍ਰਿਫਤਾਰੀਆਂ ਵਿੱਚ ਐਸੀਆਂ ਨੇ ਜਿਹੜੀਆਂ ਡਾਇਰੈਕਟਲੀ ਜੋੜੀਆਂ ਜਾ ਰਹੀਆਂ ਨੇ ਕਿ ਜੋ ਐਕਸਟੋਰਸ਼ਨ ਮਨੀ ਸੀਗੀ ਉਹ ਆਪਣੇ ਗੁਰਗਿਆਂ ਰਾਹੀਂ ਇੱਥੋਂ ਵਸੂਲ ਹੁੰਦੀ ਸੀ ਜੀ। ਤਾਂ ਇਹ ਇਸ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ ਕਿ ਕੀ ਲਾਰੈਂਸ ਦੀ ਜਿਹੜੀ ਇਹ ਗ੍ਰਿਫਤਾਰੀ ਹੈ ਇਸ ਕੇਸ ਦੇ ਵਿੱਚ, ਕਿਉਂਕਿ ਗ੍ਰਿਫਤਾਰੀ ਪਹਿਲਾਂ ਹੋਈ ਹੈ, ਗ੍ਰਿਫਤਾਰੀ ਇੱਕ ਕੇਸ ਦੇ ਵਿੱਚ ਦੁਬਾਰਾ ਪਾਈ ਜਾਂਦੀ ਹੈ, ਤੇ ਜਿਹੜੀ ਇਹ ਪਾ ਕੇ ਹੁਣ ਰਿਮਾਂਡ ਲਿਆ, ਕੀ ਇਧਰੋਂ ਵੀ ਜੋੜਿਆ ਜਾਏਗਾ ਜਾਂ ਫਿਰ ਜਿਵੇਂ ਹੁਣ ਇੰਟਰਵਿਊ ਵਾਲਾ ਮਸਲਾ ਹੈ, ਜਾਂ ਫਿਰ ਉਹ ਵਿੱਚ ਵਿਚਾਲੇ ਰਹਿ ਗਿਆ? ਕਿਉਂਕਿ ਪੰਜਾਬ ਸਰਕਾਰ ਨੇ ਤਾਂ ਹਾਲੇ ਕੋਈ ਤਸੱਲੀ ਕਰਵਾਈ ਨਹੀਂ ਹੈ ਕਿ ਅਸੀਂ ਜਾਂਚ ਪੜਤਾਲ ਕਰ ਲਈ ਹੈ, ਕਿ ਉਹ ਜਾਂਚ ਪੜਤਾਲ ਵੀ ਹੁਣ ਜਿਹੜੀ ਹੈ ਉਹ ਨੇਪਰੇ ਚੜੇਗੀ ਕਿ ਨਹੀਂ। ਸਵਾਲ ਉਧਰੋਂ ਵੀ ਹੈ ਤੇ ਸਵਾਲ ਇਧਰੋਂ ਵੀ ਹੈ ਕਿ ਜਿਹੜਾ ਕੁਝ ਇਹ ਏਜੰਸੀਆਂ ਰਲ ਮਿਲ ਕੇ ਕਰ ਰਹੀਆਂ ਨੇ, ਕੀ ਉਸ ਕੜੀ ਨੂੰ ਅਗਾਂਹ ਜੋੜ ਕੇ ਤੋਰਿਆ ਜਾਏਗਾ? ਬੜੇ ਸਵਾਲ ਨੇ ਲਾਰੈਂਸ ਨਾਲ, ਬਹੁਤ ਸਵਾਲ ਜੁੜਦੇ ਨੇ, ਖਾਸ ਤੌਰ ਤੇ ਇੰਟਰਵਿਊ ਵਾਲੇ ਉਹਦੇ ਰਾਸ਼ਟਰਵਾਦੀ ਇੱਕ ਵਿਚਾਰ ਤੋਂ ਬਾਅਦ ਇਹ NIA ਵੱਲੋਂ ਇਹ ਰਿਮਾਂਡ ਲੈਣਾ, ਤੇ ਹੁਣ ਸਾਰਿਆਂ ਦੀ ਨਿਗਾਹ ਰਹੇਗੀ ਕਿ ਕੀ ਕੁਝ ਅੱਗੇ ਤੁਰਦਾ ਹੈ ਜੀ। ਬਿਲਕੁਲ, ਕੱਲ ਇੱਥੇ ਤੇ ਲਾ ਐਨਫੋਰਸਮੈਂਟ ਵਾਲਿਆਂ ਦੇ ਨਾਲ ਆਪਾਂ ਵੀ ਗੱਲ ਕੀਤੀ ਸੀ, ਇੰਟਰਵਿਊ ਕੀਤੀ ਸੀ। ਉਹ ਕਹਿੰਦੇ ਸੀ ਵੀ ਜਿਹੜੇ ਫੜੇ ਗਏ 17 ਜਣੇ ਆ ਕੈਲੀਫੋਰਨੀਆ 'ਚ, ਇਹਨਾਂ ਦੇ ਭਗਵਾਨਪੁਰੀਆ ਗੈਂਗ ਤੇ ਬਿਸ਼ਨੋਈ ਗੈਂਗ ਦੇ ਨਾਲ ਵੀ ਸੰਬੰਧ ਜਿਹੜੇ ਉਹ ਹੋ ਸਕਦੇ ਆ। ਸੋ ਫਰੌਤੀ ਦੀਆਂ ਕਾਲਾਂ ਤੇ ਉਹ ਸਾਰਾ ਕੁਝ ਇੱਧਰੋਂ ਉਹ ਕਰ ਰਹੇ ਸੀਗੇ। ਸੋ ਇਹਨਾਂ ਦਾ ਜਾਲ ਕਾਫੀ ਦੂਰ ਤੱਕ ਜਿਹੜਾ ਮਿੰਟੂ ਜੀ ਇਹਨਾਂ ਗੈਂਗਾਂ ਦਾ ਫੈਲ ਚੁੱਕਾ ਆ। ਉੱਥੇ ਨਹੀਂ ਰਾਸ ਆ ਰਹੇ ਤੇ ਹੁਣ ਇੱਥੇ ਆ ਕੇ ਵੀ ਇਹਨਾਂ ਨੇ ਇਹੀ ਕੁਛ ਸ਼ੁਰੂ ਕਰ ਦਿੱਤਾ ਹੈਗਾ ਆ। ਅਗਲੀ ਗੱਲ ਕਰੀਏ, ਪੁਲਿਸ ਕਰਮਚਾਰੀ ਪਹੁੰਚੇ ਸਰਕਾਰ ਵਿਰੁੱਧ ਹਾਈ ਕੋਰਟ 'ਚ। ਹਾਂਜੀ, ਦੇਖੋ, ਇਹ ਪੁਲਿਸ ਕਰਮਚਾਰੀ ਨੇ, ਇਹ ਕਹਿ ਸਕਦੇ ਅਧਿਕਾਰੀ ਨੇ ਵੱਡੇ, ਜਿਹੜੇ ਗਏ ਨੇ ਕੋਰਟ ਦੇ ਵਿੱਚ, ਤੇ ਇਹ ਜਿਹੜੇ ਡਿਮਾਂਡ ਕੀਤੀ ਹੈ, ਇਹਨਾਂ ਨੇ ਡਿਮਾਂਡ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਜੋ ਪਿਛਲੇ ਦਿਨੀ ਇੱਕ ਫੈਸਲਾ ਲਿਆ ਸੀਗਾ ਕਿ ਜਿਹੜੇ ਕੁਝ IG ਪ੍ਰਮੋਟ ਹੋਏ ਸਨ, ਉਹਨਾਂ ਨੂੰ ਡਿਮੋਟ ਕਰਕੇ DIG ਬਣਾ ਦਿੱਤਾ ਗਿਆ ਸੀਗਾ, ਕਿਉਂਕਿ ਸੀਨੀਅਰਿਟੀ ਤੇ ਸਵਾਲ ਚੁੱਕੇ ਗਏ ਸਨ ਕਿ ਜਿਹੜਾ ਪ੍ਰਮੋਸ਼ਨ ਕੋਟਾ ਹੁੰਦਾ ਹੈ, ਤਾਂ ਜਿਹੜੀ ਅਪੁਆਇੰਟਮੈਂਟ ਹੁੰਦੀ ਹੈ ਉਹਦੇ ਵਿੱਚ ਜੋ ਕੋਟਾ ਫਿਕਸ ਹੁੰਦਾ ਹੈ, ਤਾਂ ਉਹਦੇ ਤੇ ਬਈ ਸਾਡੀ ਤਸੱਲੀ ਨਹੀਂ ਹੈ। ਤਾਂ ਗ੍ਰਹਿ ਵਿਭਾਗ ਨੇ, ਯਾਨੀ ਹੋਮ ਡਿਪਾਰਟਮੈਂਟ ਹੈ ਜਿਹੜਾ, ਉਸਨੇ ਫਿਰ ਇਹ ਸਾਰਾ ਕੁਛ ਹੈ ਜਿਹੜਾ ਫੈਸਲੇ ਦੇ ਰੂਪ ਦੇ ਵਿੱਚ ਭਰਿਆ ਸੀ। ਉਸ ਤੋਂ ਬਾਅਦ 3 IG ਜਿਹੜੇ ਆ ਉਹ ਹਾਈ ਕੋਰਟ ਪਹੁੰਚੇ ਆ। ਤਾਂ ਹਾਈ ਕੋਰਟ ਨੇ ਦੇਖੋ ਇਹਦੇ ਵਿੱਚ ਇੱਕ ਵਾਰੀ ਨੋਟਿਸ ਕੀਤਾ ਹੈ ਪੰਜਾਬ ਸਰਕਾਰ ਨੂੰ, ਕਿਉਂਕਿ ਇਹਨਾਂ ਨੂੰ ਜਵਾਬ ਦੇਣਾ ਪਏਗਾ। ਫਿਰ ਉਸ ਤੋਂ ਬਾਅਦ ਹੀ ਅਗਲੀ ਗੱਲਬਾਤ ਜਿਹੜੀ ਹੈ ਉਹ ਚੱਲਦੀ ਹੁੰਦੀ ਹੈ, ਤੁਰਦੀ ਹੁੰਦੀ ਹੈ। ਤਾਂ ਇੱਕ ਵਾਰੀ ਇਹ ਨੋਟਿਸ ਪੰਜਾਬ ਪੁਲਿਸ ਨੂੰ ਦਿੱਤਾ ਗਿਆ, ਜਾਂ ਕਹਿ ਲਓ ਪੰਜਾਬ ਸਰਕਾਰ ਨੂੰ ਦਿੱਤਾ ਗਿਆ, ਕਿ ਕਿਉਂ ਨਾ ਹੁਕਮ ਤੇ ਰੋਕ ਲਾ ਦਿੱਤੀ ਜਾਵੇ।
ਤਾਂ ਹੁਣ ਅੱਗੇ ਸਰਕਾਰ ਨੇ ਜਾ ਕੇ, ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕੇਸ ਦੀ ਬੈਕਗ੍ਰਾਉਂਡ ਤੇ ਇਹ ਆ, ਹੁਣ ਜਾ ਕੇ ਸਰਕਾਰ ਨੇ ਤਸੱਲੀ ਕਰਵਾਉਣੀ ਹੈ ਹਾਈ ਕੋਰਟ ਦੀ ਕਿ ਹਾਂਜੀ ਜੋ ਅਸੀਂ ਕੀਤਾ ਹੈ ਉਹ ਅਸੀਂ ਨਿਰਪੱਖਤਾ ਦੇ ਨਾਲ ਕੀਤਾ ਹੈ, ਜੋ ਮੈਰਿਟ ਬਣਦੀ ਹੈ ਉਸ ਦੇ ਮੱਦੇਨਜ਼ਰ ਕੀਤਾ ਹੈ। ਤਾਂ ਇਹ ਜਦੋਂ ਜਾ ਕੇ ਉੱਥੇ ਜਵਾਬ ਦਾਖਲ ਕਰਨਗੇ ਉਸ ਤੋਂ ਬਾਅਦ ਸਾਰੀ ਤਸਵੀਰ ਸਾਫ਼ ਹੋਏਗੀ ਕਿ ਕਿਹਦਾ ਦਮਖਮ ਜ਼ਿਆਦਾ ਹੈ ਨਜ਼ਰ ਆਉਂਦਾ ਪੱਖ ਦੇ ਵਿੱਚ। ਤਾਂ ਇਹ ਸਾਫ਼ ਹੈ ਕਿ ਇਹ ਜਿਹੜੇ ਡਿਮੋਟ ਹੋਏ ਅਫਸਰ ਸਨ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਪੰਜਾਂ ਦੇ ਵਿੱਚੋਂ ਕੁਝ ਤੇ ਸੇਵਾ ਮੁਕਤ ਵੀ ਹੋ ਗਿਆ, ਕੁਝ ਸੇਵਾ ਦੇ ਵਿੱਚ ਆ। ਤਾਂ ਇਹ ਹੁਣ ਗਏ ਨੇ ਕਿ ਸਾਡਾ ਜਿਹੜਾ ਰੈਂਕ ਘਟਾਇਆ ਗਿਆ ਉਹ ਘਟਾਉਣਾ ਬਣਦਾ ਨਹੀਂ ਸੀ ਐਕਚੁਅਲੀ। ਠੀਕ ਹੈ। ਜੀ ਜੀ, ਹੁਣ ਅਦਾਲਤਾਂ 'ਚ ਚਲੋ ਕਾਰਵਾਈਆਂ ਜਿਹੜੀਆਂ ਉਹ ਚੱਲਣਗੀਆਂ। ਅਗਲੀ ਮਤਲਬ ਕਿ ਤੁਸੀਂ ਦੇਖੋ ਨਾ ਕਿ ਪੁਲਿਸ ਦੇ ਅਧਿਕਾਰੀ ਸਰਕਾਰ ਦੇ ਹੀ ਫੈਸਲੇ ਨੂੰ ਗਲਤ ਠਹਿਰਾ ਰਹੇ ਨੇ ਤੇ ਕੋਰਟ ਨੂੰ ਕਹਿ ਰਹੇ ਕਿ ਗਲਤ ਕਰ ਰਹੇ ਆ। ਇਹ ਇੰਟਰਸਟਿੰਗ ਫੈਕਟ ਹੈ ਇਹਦੇ 'ਚ। ਬਿਲਕੁਲ, ਆਪਾਂ ਦੇਖਦੇ ਹੀ ਆ ਵੀ ਝਾੜ ਝੰਮ ਵੀ ਦਿੰਦੇ ਆ, ਕਈ ਵਾਰੀ ਦਬਕੇ ਵੀ ਮਾਰ ਦਿੰਦੇ ਆ, ਪਰ ਇਵੈਂਚੁਅਲੀ ਫਿਰ ਜਦੋਂ ਪ੍ਰੋਸੈਸ ਦੇ ਵਿੱਚ ਆਉਂਦੇ ਆ ਤੇ ਇੱਕ ਨਾ ਇੱਕ ਗੁੱਟ ਨੂੰ, ਇੱਕ ਨਾ ਇੱਕ ਪਾਸੇ ਨੂੰ ਝੁਕਣਾ ਵੀ ਪੈਂਦਾ ਅਦਾਲਤ ਦੇ ਮੂਹਰੇ, ਜਿਹੜਾ ਫਿਰ ਜੋ ਸਟੀਕ ਹੁੰਦਾ ਜੋ ਫਿਰ ਦੱਸਣਾ ਹੀ ਪੈਂਦਾ ਆ। ਅਗਲੀ ਗੱਲ ਕਰੀਏ, ਅਤੀਕ ਅਹਿਮਦ ਹੱਤਿਆ ਦੇ ਵਿੱਚ ਇੱਕ ਲਿਫਾਫਾ ਕਹਿੰਦੇ ਬਣ ਗਿਆ ਬੁਝਾਰਤ। ਹਾਂਜੀ ਦੇਖੋ, ਇਹਦੇ ਵਿੱਚ ਹੁਣ ਨਾ ਬਥੇਰਾ ਕੁਛ ਆ। ਅੱਜ ਇੱਕ ਤੇ ਇਹ ਆ ਕਿ ਜਿਹੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਆ ਉਸਨੇ ਨੋਟਿਸ ਭੇਜ ਦਿੱਤਾ ਹੈ ਯੂਪੀ ਗਵਰਨਮੈਂਟ ਨੂੰ। ਯੂਪੀ ਗਵਰਨਮੈਂਟ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉਹ ਇਨਕਾਊਂਟਰਾਂ ਦੇ ਮਾਮਲੇ ਦੇ ਵਿੱਚ ਤੇ ਖਾਸ ਬਦਨਾਮ ਆ। ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ, ਉਹ ਵਾਲਾ ਹਿਸਾਬ ਕਿਤਾਬ ਆ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਏਗੀ ਹੁਣ ਇਸ ਮਾਮਲੇ ਦੀ, ਸ਼ਾਇਦ 24 ਤਰੀਕ ਪਈ ਹੈ ਜੇ ਮੈਂ ਭੁੱਲਦਾ ਨਹੀਂ, ਪਰ ਮਤਲਬ ਕਿ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਜਿਹੜੀ ਅਤੀਕ ਅਸ਼ਰਫ ਹੱਤਿਆ ਕਾਂਡ ਦੇ ਸਬੰਧ ਚ ਉੱਥੇ ਪਾਈ ਗਈ ਸੀ ਮਨਜ਼ੂਰ ਕਰ ਲਈ ਹੈ। ਕਿਉਂਕਿ ਜਦੋਂ ਕੋਈ ਪਟੀਸ਼ਨ ਸੁਣਵਾਈ ਵਾਸਤੇ ਮਨਜ਼ੂਰ ਹੋ ਜਾਂਦੀ ਹੈ ਨਾ ਸੁਪਰੀਮ ਕੋਰਟ ਚ, ਤਾਂ ਉਹ ਸਮਝ ਲਓ ਕਿ ਉਹ ਘੱਟ ਮਹੱਤਵਪੂਰਨ ਨਹੀਂ ਤਾਂ ਬਹੁਤ ਸਾਰੀਆਂ ਪਟੀਸ਼ਨਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣਵਾਈ ਵਾਸਤੇ ਮਨਜ਼ੂਰ ਹੀ ਨਹੀਂ ਕੀਤਾ ਜਾਂਦਾ। ਤਾਂ ਇਹ ਇਸ ਸਾਰੇ ਘਟਨਾਕ੍ਰਮ ਦਾ ਫੋਲੋਅਪ ਹੈ, ਅੱਜ ਦੀ ਅਪਡੇਸ਼ਨ ਹੈ। ਪਰ ਇੱਕ ਚੀਜ਼ ਜਿਹੜੀ ਹੈ ਨਾ ਉਹ ਹੁਣ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਪਈ ਆ। ਦੱਸਦੇ ਆ ਕਿ ਜਿਹੜਾ ਮਤਲਬ ਕਿ ਅਤੀਕ ਤੇ ਅਸ਼ਰਫ ਦੀ ਜਿਹੜੀ ਹੱਤਿਆ ਹੋਈ ਆ ਉਹ ਤੋਂ ਕੁਝ ਸਮਾਂ ਪਹਿਲਾਂ, ਮਤਲਬ ਕਿ ਥੋੜਾ ਸਮਾਂ ਪਹਿਲਾਂ ਲਾ ਲਓ, ਕੋਈ ਇੱਕ ਅੱਧ ਦਿਨ, ਕੋਈ ਇੱਕ ਦੋ ਦਿਨ ਦੀ ਗੱਲ ਹੀ ਹੈ, ਕਿ ਅਸ਼ਰਫ ਨੇ ਆਪਣੀ ਹੱਤਿਆ ਤੋਂ ਪਹਿਲਾਂ 2 ਬੰਦ ਲਿਫਾਫਿਆਂ 'ਚ ਚਿੱਠੀ ਲਿਖ ਕੇ ਆਪਣੇ ਭਰੋਸੇਯੋਗ ਬੰਦਿਆਂ ਨੂੰ ਸੌਂਪੀ ਸੀ ਤੇ ਜਿਹਦੇ 'ਚ ਉਹਨੇ ਸ਼ੱਕ ਜ਼ਾਹਰ ਕੀਤਾ ਸੀਗਾ ਕਿ ਸਾਨੂੰ ਜੇਲ੍ਹ ਚੋਂ ਕੱਢ ਕੇ ਮਾਰ ਦਿੱਤਾ ਜਾਵੇਗਾ। ਤੇ ਇਹਨਾਂ ਚਿੱਠੀਆਂ 'ਚ ਦੱਸਦੇ ਆ ਕਿ ਕੁਝ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਨੇ। ਅੱਛਾ। ਤਾਂ ਹੁਣ ਹਾਂਜੀ ਬਿਲਕੁਲ ਇਹ ਇਸ ਮਾਮਲੇ ਦੀ ਕਹਿ ਲਓ ਕਿ ਇੱਕ ਸਨਸਨੀਖੇਜ਼ ਇਸ ਵੇਲੇ ਦੀ ਇਹ ਰਿਪੋਰਟ ਹੈ ਜਿਹੜੀ ਕੁਝ ਅਖਬਾਰਾਂ 'ਚ ਛਪੀ ਵੀ ਆ ਕਿ ਇਹ ਲਿਫਾਫੇ ਕਹਿੰਦੇ ਕਿ ਸੁਪਰੀਮ ਕੋਰਟ ਤੇ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਭੇਜੇ ਜਾ ਚੁੱਕੇ ਆ। ਅਖਬਾਰ ਇੱਥੋਂ ਤੱਕ ਵੀ ਦਾਅਵਾ ਕਰਦਾ। ਤਾਂ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡੀ ਹੱਤਿਆ ਹੋ ਜਾਣੀ ਹੈ ਜਾਂ ਹੋ ਸਕਦੀ ਆ। ਤਾਂ ਜੇ ਮੰਨ ਲਓ ਉਹ ਲਿਫਾਫੇ ਖੁੱਲਦੇ ਆ ਕੋਰਟ ਦੇ ਵਿੱਚ ਜਾ ਕੇ, ਤਾਂ ਕੁਝ ਪੁਲਿਸ ਆਫੀਸਰ ਜਿਹੜੇ ਕਿ ਉਸ ਵੇਲੇ ਡਿਊਟੀ ਤੇ ਰਹੇ ਨੇ, ਚਾਹੇ ਜੇਲ੍ਹ 'ਚ ਜਾਂ ਗਾਰਦ 'ਚ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ। ਤੇ ਬਹੁਤ ਵੱਡਾ ਮਾਮਲਾ ਬਣੇ। ਵੈਸੇ ਤਾਂ ਬਹੁਤ ਵੱਡਾ ਮਾਮਲਾ ਹੈ। ਗੱਲ ਇਹ ਨਹੀਂ ਕਿ ਕੌਣ ਮਾਰਿਆ ਗਿਆ, ਕਿਸ ਮਜ਼ਹਬ ਦਾ ਮਾਰਿਆ ਗਿਆ। ਗੱਲ ਤੇ ਇਹ ਆ ਕਿ ਜਿਸ ਢੰਗ ਨਾਲ ਮਾਰਿਆ ਗਿਆ, ਜਿਸ ਢੰਗ ਨਾਲ ਮਰਨ ਤੋਂ ਬਾਅਦ ਜਸ਼ਨ ਮਨਾਏ ਜਾ ਰਹੇ ਆ, ਕੀ ਇਹ ਭਾਰਤੀ ਲੋਕਤੰਤਰ ਵਾਸਤੇ ਕੋਈ ਸਿਹਤਮੰਦ ਪਿਰਤ ਹੈਗੀ ਆ, ਕੋਈ ਸੁਚੱਜੀ ਪਿਰਤ ਹੈਗੀ ਆ? ਤੇ ਇਹ ਜੇ ਮੰਨ ਲਓ ਇਹ ਚਿੱਠੀਆਂ ਜਿਹੜੀਆਂ ਹੁਣ, ਕਿਉਂਕਿ ਸੁਪਰੀਮ ਕੋਰਟ ਮੈਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਉਹਨੇ ਵੀ ਨੋਟਿਸ ਲਿਆ ਹੋਇਆ, ਤਾਂ ਦੂਸਰੇ ਪਾਸੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਵੇਗੀ। ਤੇ ਜੇ ਐਸਾ ਮਾਮਲਾ ਨਿਕਲ ਆਉਂਦਾ ਤੇ ਇਹਦੇ 'ਚ ਇੱਕ ਵੱਖਰਾ ਐਂਗਲ ਜੁੜ ਜਾਏਗਾ। ਤੇ ਐਸਾ ਹੋਇਆ, ਮੈਂ ਤੁਹਾਨੂੰ ਇੱਕ ਮਾਮਲਾ ਦੱਸ ਦੇਣਾ, ਹੁਣੇ ਹੀ ਯਾਦ ਆ ਜਾਣਾ। 2016 ਦੇ ਵਿੱਚ ਭੋਪਾਲ ਜੇਲ੍ਹ ਚੋਂ ਸਿੰਮੀ ਦੇ ਕਾਰਕੁਨ ਇਹਨਾਂ ਨੇ ਕਿਹਾ ਸੀਗਾ ਕਿ ਭੱਜੇ ਆ ਜੀ, ਤੇ ਮੁੜ ਕੇ ਅਸੀਂ ਜਦੋਂ ਇਹਨਾਂ ਨੂੰ ਘੇਰਾ ਪਾ ਕੇ ਫੜ ਰਹੇ ਸੀਗੇ ਤੇ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਹੈ ਤੇ ਅਸੀਂ ਮਾਰ ਦਿੱਤੇ 8 ਸਾਰੇ ਮੁਸਲਮਾਨ ਸਨ।
ਯਾਦ ਹੈ ਨਾ ਤੁਹਾਨੂੰ? ਬਹੁਤ ਵੱਡਾ ਰੌਲਾ ਪਿਆ ਸੀ ਉਦੋਂ ਕਿ ਕੋਈ ਜੇਲ੍ਹ 'ਚ ਕਿੱਦਾਂ ਭੱਜ ਸਕਦਾ ਜੇਲ੍ਹ 'ਚੋਂ, ਤੇ ਜੇਲ੍ਹ 'ਚੋਂ ਗਾਂਹ ਜਾ ਕੇ ਉਹ ਹਥਿਆਰ ਕਿੱਥੋਂ ਲੈ ਲਏ ਉਹਨੇ। ਸਹੀ ਗੱਲ। ਬੜੇ ਵੱਡੇ ਸਵਾਲ ਸੀ। ਤਾਂ ਖੈਰ ਉਹ ਫਿਰ ਮਾਮਲੇ ਤਾਂ ਤੁਹਾਨੂੰ ਪਤਾ ਏਦਾਂ ਹੀ ਫਿਰ ਬੰਦ ਹੋ ਜਾਂਦੇ ਨੇ, ਪਰੰਤੂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿਤੇ ਸਨਸਨੀਖੇਜ ਮਾਮਲਾ ਬਣ ਜਾਏਗਾ ਜੇਕਰ ਇਹ ਲਿਫਾਫੇ ਗਾਂਹ ਜਾ ਕੇ ਕਿਤੇ ਖੁੱਲਦੇ ਤੇ ਉਹਨਾਂ ਦੇ ਵਿੱਚ ਜੇ ਕਿਸੇ ਅਫਸਰ ਦਾ ਕੋਈ ਨਾਂ ਵੱਡੇ ਦਾ ਆ ਗਿਆ ਤਾਂ। ਜੀ ਜੀ ਜੀ। ਅਗਲੀ ਗੱਲ ਕਰੀਏ, ਹਰਿਆਣੇ ਵਿੱਚ ਪਿੰਡ ਠੇਕੇ ਬੰਦ ਕਰਵਾਉਣ ਪਹੁੰਚਦੇ ਨੇ ਪਰ ਹੋ ਨਹੀਂ ਰਹੇ। ਦੇਖੋ ਇਹ ਆ ਕਿ ਜਿਹੜਾ ਹਰਿਆਣੇ ਦਾ ਮਾਮਲਾ ਹੈ ਨਾ, ਇਹ ਬੰਦ ਤਾਂ ਕਰਵਾਉਣਾ ਚਾਹੁੰਦੇ ਨੇ, ਬਹੁਤ ਸਾਰੇ ਪਿੰਡ ਹੈ, ਮਤੇ ਪਾ ਦਿੰਦੀਆਂ ਨੇ ਪੰਚਾਇਤਾਂ, ਪਰ ਉਹ ਬੰਦ ਨਹੀਂ ਹੁੰਦੇ। ਰੌਲਾ ਐਕਚੁਅਲ ਚ ਕੀ ਹੈ ਕਿ ਬਹੁਤ ਸਾਰਾ ਮਾਲੀਆ ਜਿਹੜਾ ਤੁਹਾਨੂੰ ਪਤਾ ਹੀ ਆ, ਉਹ ਇੱਥੋਂ ਆਬਕਾਰੀ ਤੋਂ ਹੀ ਆਉਂਦਾ, ਐਕਸਾਈਜ਼ ਤੋਂ ਆਉਂਦਾ, ਲਿਕਰ ਤੋਂ ਆਉਂਦਾ। ਤਾਂ ਇਹ ਪੰਜਾਬ ਦੀ ਵੀ ਇਹੋ ਹੀ ਸੂਰਤ ਹਾਲ ਆ। ਜੇ ਤੁਸੀਂ ਵੇਖੋਗੇ ਪੰਚਾਇਤਾਂ ਮਤੇ ਪਾਉਂਦੀਆਂ ਪਰ ਉਹ ਮਨਜ਼ੂਰ ਪ੍ਰਵਾਨ ਜਿਹੜੇ ਆ ਬਿਲਕੁਲ ਥੋੜੇ ਹੁੰਦੇ ਆ। ਬੇਸਿਕਲੀ ਐਕਸਾਈਜ਼ ਐਕਟ ਨੂੰ ਥੋੜਾ ਜਿਹਾ ਫਲੈਕਸੀਬਲ ਕਰਨ ਦੀ ਜ਼ਰੂਰਤ ਹੈ, ਤਾਂ ਗੱਲ ਬਣੇਗੀ। ਕਿਉਂਕਿ ਦੱਸਦੇ ਆ ਕਿ 1296 ਪੰਚਾਇਤਾਂ ਨੇ ਹਿਸਾਬ ਲਾ ਲਓ ਉੱਥੇ ਮਤੇ ਪਾਏ ਆ, ਯਾਨੀ ਜੇ ਆਪਾਂ ਦੇਖੀਏ ਤਾਂ ਬਹੁਤ ਵੱਡੀ ਗਿਣਤੀ ਹੈ। ਤਕਰੀਬਨ 20% ਬਣਦੇ ਆ ਇਹ ਪਿੰਡ ਜਿਹੜੇ ਕਿ ਕਹਿ ਲਓ ਕਿ ਪਿਛਲੇ 4 ਸਾਲਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਮਤਲਬ ਕਿ ਸੋਝੀ ਆਈ ਕਿ ਅਸੀਂ ਬੰਦ ਕਰਾਈਏ ਪਿਛਲੇ 4 ਸਾਲਾਂ ਦੇ ਵਿੱਚ, ਇਹ ਬਹੁਤ ਵੱਡੀ ਗਿਣਤੀ ਹੈ। ਤਾਂ ਇਹ ਹੁਣ ਜੋ ਇਹਨਾਂ ਨੇ ਪ੍ਰਸਤਾਵ ਕੱਲੇ, ਮਤੇ ਕੱਲੇ, ਉਹ ਸਿਰਫ 496 ਪ੍ਰਵਾਨ ਹੋਏ ਨੇ। ਤਾਂ ਉਹ ਕਹਿੰਦੇ ਕਿ ਇੱਕ ਪਾਸੇ ਸਰਕਾਰ ਨਸ਼ਾ ਬੰਦ ਕਰਨ ਦੀ ਗੱਲ ਕਰਦੀ ਹੈ, ਪਰ ਦੂਸਰੇ ਪਾਸੇ ਅਸੀਂ ਜੇ ਕਹਿੰਦੇ ਆ ਤਾਂ ਕੋਈ ਗੱਲ ਮੰਨਦਾ ਨਹੀਂ ਆ। ਤਾਂ ਕਿਉਂਕਿ ਉਹ ਕਹਿੰਦੇ ਆ ਕਿ ਸ਼ਰਾਬ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਵਾ ਰਹੀ ਹੈ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਬੇਸਿਕਲੀ ਜੇ ਤੁਸੀਂ ਦੇਖੋਗੇ ਤਾਂ ਇਹਦੇ ਚ ਨਾ ਇੱਕ ਪ੍ਰੋਬਲਮ ਆ ਜਿਹੜਾ ਐਕਸਾਈਜ਼ ਐਕਟ ਆ। ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਪੰਜਾਬ ਦੇ ਵਿੱਚ ਵੀ ਇਹ ਦਿੱਕਤ ਹੈ ਕਿ ਜੋ ਵੀ ਮੰਨ ਲਓ ਪੰਚਾਇਤ ਜਾਂ ਪਿੰਡ ਆਪਣੇ ਸ਼ਰਾਬ ਦਾ ਠੇਕਾ ਬੰਦ ਕਰਵਾਉਣਾ ਚਾਹੁੰਦੀ ਆ, ਤਾਂ ਇੱਕ ਤੇ ਇਹ ਆ ਕਿ ਉਹਨੂੰ ਪਿੰਡ ਦੇ 10% ਵੋਟਰ ਦੀ ਸਹਿਮਤੀ ਲੈ ਕੇ ਗ੍ਰਾਮ ਸਭਾ ਦੀ ਬੈਠਕ ਦੇ ਵਿੱਚ ਮਤਾ ਜਿਹੜਾ ਪਾਸ ਕਰਵਾਉਣਾ ਪੈਂਦਾ ਹੈ। ਸੈਕੰਡ ਚੀਜ਼ ਇਹ ਆ ਕਿ ਪਿਛਲੇ 2 ਸਾਲਾਂ ਤੋਂ ਕੋਈ ਨਜਾਇਜ਼ ਸ਼ਰਾਬ ਦੀ ਵਿਕਰੀ ਦਾ ਮਾਮਲਾ ਦਰਜ ਨਾ ਹੋਇਆ ਹੋਵੇ। ਤਾਂ ਆਪਣੇ ਪਿੰਡਾਂ 'ਚ ਕੀ ਹੈ, ਜ਼ਿਆਦਾਤਰ ਕੋਈ ਨਾ ਕੋਈ ਤਾਂ ਪਰਚਾ ਹੋਇਆ ਹੁੰਦਾ, ਕੋਈ ਭੱਠੀ ਦਾ, ਕੋਈ ਦਾਰੂ ਦਾ, ਕੋਈ ਕੁਛ ਨਾ ਕੁਛ ਐਸਾ ਹੋਇਆ ਹੁੰਦਾ ਹੈ। ਤਾਂ ਜਿਹਦੇ ਕਰਕੇ ਜਿਹੜੀ ਦੂਜੀ ਸ਼ਰਤ ਹੈ ਨਾ, ਉਹ ਬਹੁਤ ਹੀ ਘੱਟ ਪਿੰਡਾਂ ਤੇ ਲਾਗੂ ਹੁੰਦੀ ਹੈ। ਤਾਂ ਮੈਂ ਕਹਿ ਰਿਹਾ ਕਿ ਇਹ ਜਿਹੜੀ ਸ਼ਰਤ ਇਹ ਹਟਾ ਦੇਣੀ ਚਾਹੀਦੀ ਹੈ। ਕਿਉਂਕਿ ਦੇਖੋ ਮੰਨ ਲਓ ਇੱਕ ਬੰਦਾ ਫੜਿਆ ਗਿਆ, ਉਹਨੇ ਗਲਤੀ ਕੀਤੀ ਹੈ, ਕਾਨੂੰਨ ਉਹਨੂੰ ਸਜ਼ਾ ਵੀ ਦੇਵੇਗਾ। ਤਾਂ ਫਿਰ ਜੇ ਸਾਰਾ ਪਿੰਡ ਚਾਹੁੰਦਾ ਹੈ ਕਿ ਨਹੀਂ ਯਾਰ ਸਾਡੇ ਪਿੰਡ ਠੇਕਾ ਨਹੀਂ ਹੋਣਾ ਚਾਹੀਦਾ, ਤਾਂ ਫਿਰ ਸਾਰੇ ਪਿੰਡ ਦੀ ਮੰਨਣੀ ਚਾਹੀਦੀ ਹੈ ਕਿ ਉਸ ਬੰਦੇ ਦੀ ਇੱਕ ਕਰਤੂਤ ਕਰਕੇ ਤੁਸੀਂ ਉਹਨੂੰ ਲੈ ਕੇ ਬਹਿ ਜਾਓਗੇ। ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਥੋੜੀ ਜਿਹੀ ਰਾਇਤ ਦਿੱਤੀ ਜਾਵੇ ਕਿ ਜਿੱਥੇ ਪਿੰਡ ਦੀ ਸਹਿਮਤੀ ਆ, ਉਹ ਗਿਣਤੀ 'ਚ ਚਾਹੁੰਦੇ ਆ ਪਿੰਡ ਕਿ ਨਹੀਂ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ, ਤੇ ਉੱਥੇ ਉਹਨਾਂ ਦੀ ਗੱਲ ਮੰਨੀ ਜਾਣੀ ਚਾਹੀਦੀ ਹੈ। ਸੋ ਹਰਿਆਣੇ ਦੀ ਵੀ ਜਿਹੜੀ ਕਹਾਣੀ ਆ ਉਹ ਸਾਥੋਂ ਕੋਈ ਜੁਦਾ ਨਹੀਂ ਹੈਗੀ, ਸਾਥੋਂ ਕੋਈ ਵੱਖਰੀ ਨਹੀਂ, ਉਹ ਸਾਡੇ ਵਰਗੀ ਆ। ਜੀ ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰੀਏ, ਸੁਦਾਨ ਦੇ ਵਿੱਚ ਆਪਾਂ ਨੂੰ ਪਤਾ ਕਤਲੋਗਾਰਤ ਚੱਲ ਰਹੀ ਆ, ਉੱਥੇ ਜੰਗ ਜਿਹੜੀ ਉਹ ਚੱਲ ਰਹੀ ਆ, ਉੱਥੇ ਜੜੀਆਂ ਬੂਟੀਆਂ ਵੇਚਣਗੇ 31 ਭਾਰਤੀ ਫਸੇ ਪਏ ਨੇ, ਮਦਦ ਲਈ ਲਾ ਰਹੇ ਨੇ ਗੁਹਾਰ। ਦੇਖੋ ਜਿਹੜੀ ਸੁਡਾਨ ਦੀ ਸਥਿਤੀ ਆ, ਪਹਿਲੀ ਗੱਲ ਤੇ ਇਹ ਕਿ ਇਹ ਵੀ 2 ਪਾਵਰਾਂ ਦੀ ਗੇਮ ਹੈ, ਤੁਹਾਨੂੰ ਪਤਾ ਹੀ ਹੈ। ਇੱਕ ਪਾਸੇ US, ਇੱਕ ਪਾਸੇ ਰਸ਼ੀਆ, ਵਿੱਚ ਵਿਚਾਲੇ ਲੋਕ। ਤਾਂ ਰਸ਼ੀਆ ਉੱਥੇ ਆ ਗਿਆ ਤਖਤਾ ਪਲਟ ਤੋਂ ਬਾਅਦ, ਇਹਨਾਂ ਨੇ ਮਿਲਟਰੀ ਬੇਸ ਬਣਾਉਣਾ ਸ਼ੁਰੂ ਕਰ ਦਿੱਤਾ। ਤਾਂ US ਨੇ ਕਿਹਾ ਕਿ ਨਹੀਂ 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 ਨਹੀਂ, ਏਦਾਂ ਥੋੜੀ ਮਿੱਤਰ ਪਿਆਰਿਆ ਹੋਣ ਦੇਵਾਂਗੇ। ਤਾਂ ਫਿਰ ਚੱਲ ਤਾਂ ਉਹ ਜਿਹੜੇ ਮਿਲਸ਼ੀਆ ਨਾਨ ਅਰਬਿਕ ਨੂੰ ਦਬਾਉਣ ਵਾਸਤੇ ਇਹਨਾਂ ਨੇ ਭੇਜੇ ਸਨ ਇੱਕ ਸਟੇਟ ਦੇ ਵਿੱਚ, ਹੌਲੀ ਹੌਲੀ ਉਹੀ ਪਾਵਰਫੁਲ ਹੁੰਦੇ ਗਏ। ਤਾਂ ਅੱਜ ਫੌਜ ਤੇ ਉਹੀ ਮਿਲਸ਼ੀਆ ਟੱਕਰ ਪਏ ਆਪਸ ਦੇ ਵਿੱਚ। ਆਹ ਕਹਾਣੀ ਆ। ਪਰ ਜਦੋਂ ਹੁਣ ਇਸ ਤਰ੍ਹਾਂ ਦੀ ਕਿਤੇ ਵੀ ਸਥਿਤੀ ਬਣੇਗੀ ਰਾਜ ਕਰਨਵੀਰ ਸਿੰਘ ਜੀ, ਤਾਂ ਲੋਕ ਤਾਂ ਫਿਰ ਪਿਸਦੇ ਹੀ ਹੈ ਨਾ, ਉਹ ਚਾਹੇ ਕਿਤੋਂ ਦੀ ਵੀ ਹੋਣ। ਤਾਂ ਸਭ ਤੋਂ ਜ਼ਿਆਦਾ ਫਿਰ ਭੈੜੀ ਹੁੰਦੀ ਹੈ ਜਿਹੜੇ ਲੋਕ ਬਾਹਰੋਂ ਆ ਕੇ ਫਸ ਜਾਂਦੇ ਆ। ਹੁਣ ਵੈਸੇ ਤਾਂ ਇਹ ਚਲੋ ਜੜੀਆਂ ਬੂਟੀਆਂ ਵੇਚਣ ਗਏ ਨੇ ਜਿਹੜੇ ਕਰਨਾਟਕ ਦੇ, ਇਹ ਕੁਛ ਮਤਲਬ ਕਿ ਹੈਗੇ ਨੇ ਬੰਦੇ ਜਿਨ੍ਹਾਂ ਨੇ ਬਾਹਰ ਆ ਕੇ ਸਾਹਮਣੇ ਆ ਕੇ ਗੁਹਾਰ ਲਾਈ ਆ ਕਿ ਸਾਨੂੰ ਬਈ ਛੁਡਾਇਆ ਜਾਵੇ, ਜੋ ਹਾਲਤ ਬਣੀ ਪਈ ਆ 31-32 ਭਾਰਤੀ ਆ।
ਜ਼ਿਆਦਾਤਰ ਕੰਨੜ ਨੇ। ਪਰ ਜੇ ਤੁਸੀਂ ਦੇਖੋਗੇ ਤਾਂ ਗੈਰ ਸਰਕਾਰੀ ਅੰਦਾਜ਼ੇ ਜਾਂ ਅੰਕੜੇ ਤਾਂ ਇਹ ਵੀ ਕਹਿੰਦੇ ਨੇ ਕਿ ਉੱਥੇ 3 ਤੋਂ 4 ਹਜ਼ਾਰ ਭਾਰਤੀ ਫਸਿਆ ਹੋਇਆ ਹੈ। ਠੀਕ ਹੈ। ਪਰ ਸਥਿਤੀ, ਕਿਉਂਕਿ ਦੇਖੋ ਰਸ਼ੀਆ ਯੂਕਰੇਨ ਜਦੋਂ ਵਾਰ ਸਟਾਰਟ ਹੋਈ ਆ, ਉਹਦੇ ਵਿੱਚ ਵੀ ਇੰਡੀਆ ਦਾ ਕੀ ਸੀਗਾ ਕਿ ਸ਼ੁਰੂਆਤੀ ਦੌਰ 'ਚ ਸਮਝ ਨਹੀਂ ਸੀ ਲੱਗ ਰਹੀ, ਚੈਲੰਜ ਬਹੁਤ ਸੀਗੇ, ਇੱਕ ਮੌਤ ਵੀ ਹੋ ਗਈ ਸੀ ਮੇਰੇ ਖਿਆਲ ਨਾਲ। ਤਾਂ ਉਸ ਤੋਂ ਬਾਅਦ ਪਰ ਇਹਨਾਂ ਨੇ ਬਹੁਤ ਤੇਜ਼ੀ ਦਿਖਾਈ ਸੀ, ਕਿਉਂਕਿ ਇਹਨਾਂ ਦਾ ਫਿਰ ਫੌ ਪੈ ਗਿਆ ਸੀਗਾ। ਪਰ ਇੱਥੇ ਚੈਲੰਜ ਥੋੜਾ ਜਿਹਾ ਇੱਕ ਵੱਖਰੀ ਕਿਸਮ ਦਾ ਹੈ, ਵੱਖਰੀ ਕਿਸਮ ਦਾ ਹੈ, ਕਿਉਂਕਿ ਉਧਰ ਤਾਂ ਰਸ਼ੀਆ ਸੀਗਾ ਨਾ, ਤੇ ਰਸ਼ੀਆ ਹੀ ਤੁਹਾਨੂੰ ਪਤਾ ਮਤਲਬ ਕਿ ਅਟੈਕਰ ਸੀਗਾ, ਇੱਕ ਤਰ੍ਹਾਂ ਨਾਲ ਇਨਵੇਡਰ ਸੀਗਾ। ਤਾਂ ਇਹ ਹੁਣ ਉੱਥੇ ਜੇ ਦੇਖੀਏ ਤੇ ਉੱਥੇ ਇੱਕ ਤਰ੍ਹਾਂ ਨਾਲ ਖਾਨਾ ਜੰਗੀ ਆ। ਤਾਂ ਉੱਥੋਂ ਕਿਵੇਂ ਇੰਡੀਆ ਆਪਣੇ ਸਿਟੀਜ਼ਨਸ ਨੂੰ ਕੱਢੇਗਾ, ਕਿੱਦਾਂ ਉਹਨਾਂ ਨੂੰ ਉੱਥੋਂ ਲਿਆ ਸਕਦਾ ਜਿਹੜੇ ਉੱਥੇ ਫਸੇ ਹੋਏ ਨੇ, ਜਾਂ ਜਿਹੜੇ ਉੱਥੇ ਰਹਿੰਦੇ ਨੇ ਭਾਰਤੀ ਮੂਲ ਦੇ ਲੋਕ, ਉਹ ਕਿੱਦਾਂ ਕੱਢੇਗਾ, ਇਹ ਇੱਕ ਵੱਖਰੀ ਕਿਸਮ ਦੀ ਚੁਣੌਤੀ ਹੈ ਰਾਜ ਕਰਨਵੀਰ ਸਿੰਘ। ਤਾਂ ਕੀ ਇਹਦੇ ਚ ਫਿਰ ਰਸ਼ੀਆ ਦੀ ਹੈਲਪ ਲਈ ਜਾਏਗੀ, ਜਾਂ ਕਿਉਂਕਿ ਯੂਐਸ ਨਾਲ ਵੀ ਬਣਦੀ ਆ ਇੰਡੀਆ ਦੀ, ਜਾਂ ਕੁਛ ਨਾ ਕੁਛ ਐਸੀ ਕੋਈ ਗੇਮ ਪਾਈ ਜਾਏਗੀ। ਨਹੀਂ ਤਾਂ ਭਾਰਤੀ ਮੂਲ ਦੇ ਲੋਕ ਖਾਸੇ ਨੇ, ਇਹ ਤਾਂ ਚਲੋ ਜਿਹੜੇ ਸਾਹਮਣੇ ਆ ਰਹੇ, ਕੋਈ ਵੀਡੀਓ ਬਣਾ ਕੇ ਪਾ ਰਿਹਾ, ਕੋਈ ਟੈਗ ਕਰ ਰਿਹਾ ਮੰਤਰੀ ਨੂੰ, ਮੁੱਖ ਮੰਤਰੀ ਨੂੰ ਜਾਂ ਲੀਡਰਾਂ ਨੂੰ, ਬਲਕਿ ਜੇ ਗਿਣਤੀ ਓਵਰਆਲ ਵੇਖੀਏ ਤਾਂ ਕਹਿੰਦੇ ਕਿ 2 ਤੋਂ 4 ਹਜ਼ਾਰ ਭਾਰਤੀ ਉੱਥੇ ਫਸਿਆ ਹੋ ਸਕਦਾ, ਕਿਉਂਕਿ ਲੜਾਈ ਬੜੀ ਜ਼ਬਰਦਸਤ ਹੋਣ ਡਈ ਆ ਉੱਥੇ, ਤਾਂ ਲੋਕ ਦਹਿਲ ਰਹੇ ਨੇ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਇੱਕ ਵਾਰੀ ਮੈਂ ਫੇਰ ਪੁੱਛਣਾ ਚਾਹੁੰਦਾ, ਸੱਤਿਆਪਾਲ ਮਲਿਕ ਦੇ ਉਹਦੇ ਤੇ ਕੋਈ ਕਾਰਵਾਈ, ਕੋਈ ਗੱਲ? ਉਹ ਤਾਂ ਗਈ ਆ ਜੀ, ਹੁਣ ਕੋਈ ਇੰਟਰਵਿਊ ਦਾ ਉਹਦਾ ਤਾਂ ਬਸ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਪੁਰਾਣਾ ਮਾਮਲਾ ਹੋ ਗਿਆ। ਹੁਣ ਤੇ ਇੱਥੇ ਉਹਦੀ ਤਾਂ ਕੋਈ ਚਰਚਾ ਨਹੀਂ ਹੈਗੀ। ਹਾਂ, ਇੱਥੇ ਪਟਿਆਲਾ ਯੂਨੀਵਰਸਿਟੀ ਚੋਂ ਚਲਾਈ ਜਾਣੀ ਸੀ, ਵਿਖਾਈ ਜਾਣੀ ਸੀ, ਸ਼ਾਇਦ ਉਦੋਂ ਥੋੜਾ ਜਿਹਾ ਹੋਇਆ, ਕੱਲ ਕੇ ਪਰਸੋਂ ਦੀ ਗੱਲ ਆ। ਹੋਰ ਤੇ ਕੋਈ ਗੱਲ ਨਹੀਂ ਹੈ ਜੀ ਸੱਤਿਆਪਾਲ ਮਲਿਕ ਦੀ। ਬਾਕੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਸੱਤਿਆਪਾਲ ਮਲਿਕ ਨੇ ਜੋ ਗੱਲਾਂ ਕਹੀਆਂ ਨੇ, ਸੱਤਿਆਪਾਲ ਮਲਿਕ ਦੀਆਂ ਇਹ ਕਈਆਂ ਗੱਲਾਂ ਕੋਈ ਪਹਿਲੀ ਵਾਰੀ ਨਹੀਂ ਆਈਆਂ ਮੀਡੀਆ 'ਚ, ਜੀ ਬਿਲਕੁਲ। ਜਦ ਕਿ ਮੈਂ ਤੁਹਾਨੂੰ ਦੱਸਦਾ ਗੱਲ ਸ਼ਾਰਟ ਦੇ ਵਿੱਚ, ਜਦੋਂ ਇਹ 14 ਫਰਵਰੀ 2019 ਨੂੰ ਪੁਲਵਾਮਾ ਅਟੈਕ ਹੋਇਆ, ਤਾਂ ਹਜ਼ੂਰ 16 ਫਰਵਰੀ ਨੂੰ ਇਹ ਪਹਿਲੀ ਵਾਰੀ ਖਬਰ ਆ ਗਈ ਸੀ ਕਿ ਬਈ ਮਤਲਬ ਜਿਹੜੀ ਹੈਗੀ ਹਵਾਈ ਮਾਰਗ ਦੀ ਸਹੂਲਤ ਮੰਗੀ ਗਈ ਸੀ। ਤਾਂ ਰਾਜਨਾਥ ਸਿੰਘ ਜੀ ਗਏ ਸਨ ਜੰਮੂ ਕਸ਼ਮੀਰ ਦੇ ਯਾਤਰਾ ਤੇ, ਉਸੇ ਸਮੇਂ ਤਾਂ ਉਹਨਾਂ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਸੀਗਾ। ਮਤਲਬ ਇਹ ਪਹਿਲੀ ਵਾਰੀ ਸਵਾਲ ਨਹੀਂ ਉੱਠੇ, ਸਵਾਲ ਉਸੇ ਟਾਈਮ ਹੀ ਉੱਠੇ ਸਨ। ਤਾਂ ਖੈਰ ਸੱਤਿਆਪਾਲ ਮਲਿਕ ਦੀ ਵੀ ਮਤਲਬ ਕਿ ਬੜੀ ਆਪਣੀ ਦਿਲਚਸਪ ਯਾਤਰਾ ਹੈ, ਕਿਤੇ ਸਮਾਂ ਮਿਲਿਆ ਤੁਹਾਨੂੰ ਸੁਣਾਉਂਗਾ। ਇਹ ਬੰਦਾ ਜਿਹੜਾ ਸਿਆਸਤ ਦੇ ਵਿੱਚ ਯਾਰਾਂ ਦਾ ਯਾਰ ਵੀ ਆ, ਤੇ ਜਿਹਦੇ ਖਿਲਾਫ ਫਿਰ ਹੁੰਦਾ, ਅੱਜ ਕੱਲ ਜਿਵੇਂ ਮੋਦੀ ਸਾਹਿਬ ਦੇ ਖਿਲਾਫ ਆ, ਫਿਰ ਉਹ ਪੱਟ ਤੇ ਥਾਪੀ ਮਾਰ ਕੇ ਹੁੰਦਾ, ਜਿਵੇਂ ਸਿੱਧੂ ਮੂਸੇ ਵਾਲਾ ਪੱਟ ਤੇ ਥਾਪੀ ਮਾਰਦਾ ਸੀ। ਜੀ ਜੀ ਜੀ, ਸ਼ੁਕਰੀਆ ਮਿੰਟੂ ਜੀ, ਮਿਲਦੇ ਆ ਫਿਰ ਕੱਲ ਨੂੰ। ਫਿਰ ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਗੱਲਬਾਤ ਮਿੰਟੂ ਹੁਣਾਂ ਦੇ ਨਾਲ ਇੱਥੇ ਹੀ ਜਿਹੜੀ ਆ ਉਹ ਆਪਣੀ ਸਮਾਪਤ ਹੈ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਹੋਰ ਜਿਹੜੀਆਂ ਖਬਰਾਂ ਜੋ ਚੱਲ ਰਹੀਆਂ ਹੈ ਉੱਥੇ, ਉਸ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੱਲ ਮੁੱਦਾ ਜਿਹੜਾ ਆ ਉਹ ਚੱਲਿਆ ਸੀ ਦਰਬਾਰ ਸਾਹਿਬ ਦੇ ਵਿੱਚ। ਉਹ ਗੱਲਾਂ ਦੇ ਉੱਤੇ ਜਿਹੜੀ ਉਹ ਯਾਤਰੂ ਕੁੜੀ ਆਈ ਸੀ, ਉਸਨੇ ਆਪਣੇ ਜਿਹੜਾ 3 ਰੰਗ ਜਿਹੜੇ ਲਾਏ ਸੀ, ਜਿਸ ਨੂੰ ਉਹ ਭਾਰਤੀ ਝੰਡਾ ਕਹਿ ਰਹੀ ਸੀ, ਵੀ ਉਹ ਲਾ ਕੇ ਜਾਣ ਨਹੀਂ ਦਿੱਤਾ ਗਿਆ। ਹੁਣ ਉਸ ਦੇ ਬਾਬਤ ਕਾਫੀ ਕੁਝ ਕਲੀਅਰ ਹੋ ਚੁੱਕਾ ਹੈ, ਕਾਫੀ ਕੁਝ ਸਾਹਮਣੇ ਆ ਗਿਆ, ਤੇ ਅਸੀਂ ਚਾਹੁੰਦੇ ਹਾਂ ਵੀ ਆਪਾਂ ਆਪਣੇ ਪੰਜਾਬੀ ਜਿਹੜੀ USA ਦੇ ਜਿਹੜੇ ਸਰੋਤੇ ਦਰਸ਼ਕ ਆ ਉਹਨਾਂ ਨੂੰ ਵੀ ਇਸ ਦੇ ਬਾਰੇ ਜਾਣੂ ਜਿਹੜਾ ਨਾਲ ਹੀ ਕਰਵਾ ਦਈਏ। ਉਸ ਨੂੰ ਪਹਿਲਾਂ ਉਸ ਦੀ ਡਰੈਸ ਦੇ ਕਰਕੇ ਜਾਣ ਤੋਂ ਵਰਜਿਆ ਗਿਆ, ਰੋਕਿਆ ਗਿਆ, ਵੀ ਜਿਹੜੀ ਉੱਥੋਂ ਦੀ ਮਰਿਆਦਾ ਆ ਉਸ ਦੇ ਅਨੁਸਾਰ ਉਸ ਨੂੰ ਕਿਹਾ ਗਿਆ ਵੀ ਨਹੀਂ, ਇਹ ਜਿਹੜੀ ਡਰੈਸ ਪਾ ਕੇ ਜਾਣਾ ਆ ਇੱਥੇ ਵਰਜਿਤ ਆ, ਤੁਸੀਂ ਨਹੀਂ ਜਾ ਸਕਦੇ। ਉਸ ਦੇ ਨਾਲ ਦੇ ਜਿਹੜੇ ਸਾਥੀ ਸੀਗੇ, ਉਹਦੇ ਜੇਬਾਂ ਚੋਂ ਤੰਬਾਕੂ ਨਿਕਲਿਆ, ਉਹ ਉਹਨਾਂ ਨੇ ਟਰੈਸ਼ ਦੇ ਵਿੱਚ ਸੁੱਟਿਆ। ਇੱਕ ਵਾਰੀ ਪਹਿਲਾਂ ਜਦੋਂ ਉਹ ਆ ਕੇ ਗਈ, ਉਸ ਨੂੰ ਰੋਕਿਆ ਗਿਆ, ਫਿਰ ਉਹ ਇਕੱਠੇ ਹੋ ਕੇ ਆਏ, ਫਿਰ ਉਹਨਾਂ ਨੇ ਇੱਕ ਇੱਦਾਂ ਲੱਗਦਾ ਵੀ ਜਿੱਦਾਂ ਸਾਜ਼ਿਸ਼ ਬਣਾਈ ਵੀ ਆਪਾਂ ਇਸ ਨੂੰ ਹੋਰ ਰੰਗਤ ਜਿਹੜੀ ਉਹ ਦਿੰਦੇ ਆ। ਸੋ ਉਹੀ ਗੱਲ ਇਸ ਕੁੜੀ ਦੀ ਜਿਹੜੀ ਉਹ ਹੋਈ। ਤੁਸੀਂ ਕਰਨ ਸ਼ਰਧਾ ਪੂਰਵਕ ਜੇ ਤੁਸੀਂ ਦਰਸ਼ਨ ਕਰਨ ਦੇ ਲਈ ਆ ਰਹੇ ਆ, ਤੇ ਜਿੱਥੇ ਤੁਸੀਂ ਜਾਣਾ ਹੈ ਉੱਥੇ ਦੀ ਮਰਿਆਦਾ ਹੈ। ਜੇ ਤੁਸੀਂ ਉਸ ਮਰਿਆਦਾ ਦੇ ਵਿੱਚ ਪੂਰੇ ਨਹੀਂ ਹੋ ਸਕਦੇ, ਫਿਰ ਤੁਸੀਂ ਬਾਹਰ ਇੰਤਜ਼ਾਰ ਕਰ ਸਕਦੇ ਆ। ਤੇ ਜੇ ਤੁਹਾਡਾ ਦਰਸ਼ਨਾਂ ਨੂੰ ਜੀ ਕਰ ਰਿਹਾ, ਤੇ ਤੁਹਾਨੂੰ ਉਸ ਦੇ ਹਿਸਾਬ ਦੇ ਨਾਲ ਉਸ ਮਰਿਆਦਾ ਦੇ ਨਾਲ ਜਿਹੜਾ ਉਹ ਜਾਣਾ ਚਾਹੀਦਾ ਹੈ। ਕਿਸੇ ਨੂੰ ਰੋਕਦਾ ਤਾਂ ਕਦੇ ਵੀ ਨਹੀਂ, ਉਸੇ ਚੀਜ਼ ਦੇ ਉੱਤੇ ਹੀ ਰੋਕਿਆ ਗਿਆ। ਜਗਤ ਜੂਠ ਤੰਬਾਕੂ ਵਰਗੀ ਜਿਹੜੀ ਚੀਜ਼ ਆ, ਉਸ ਨੂੰ ਰੋਕਿਆ ਜਾਂਦਾ ਹੈ। ਉਹ ਟੋਟਲੀ ਤਰ੍ਹਾਂ ਉੱਥੇ ਰੋਕੀ ਗਈ ਆ। ਹੁਣ ਦੇਖੋ, ਜੇ ਕੋਈ ਅੰਦਰ ਜਾ ਕੇ ਜਾਣ ਕੇ ਕੋਈ ਸ਼ਰਾਰਤ ਕਰਦਾ, ਵੀ ਬਾਹਰੋਂ ਚੰਗਾ ਭਲਾ ਜਾਵੇ ਤੇ ਅੰਦਰ ਜਾ ਕੇ ਸ਼ਰਾਰਤ ਕਰੇ, ਉਹਦੇ ਮਨ ਦੇ ਵਿੱਚ ਖੋਟ ਆ। ਇਹ ਹੁਣ ਇਹਦੇ ਮਨ ਦੇ ਵਿੱਚ, ਬੀਬੀ ਦੇ ਵਿੱਚ ਵੀ ਤੇ ਉਹਦੇ ਸਾਥੀਆਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਤੋਂ ਜਿਹੜਾ ਆਪਾਂ ਖੋਟ ਕਹਿ ਸਕਦੇ ਹਾਂ। ਪਹਿਲੋਂ ਜਿਸ ਚੀਜ਼ ਤੋਂ ਰੋਕਿਆ ਗਿਆ, ਉਹ ਉਹਨਾਂ ਨੂੰ ਖੌਰੇ ਚੰਗੀ ਨਹੀਂ ਲੱਗੀ, ਆਪ ਉਹਨਾਂ ਦਾ ਮੰਨਣ ਦਾ ਨਹੀਂ ਚਿੱਤ ਕੀਤਾ, ਤੇ ਫਿਰ ਕਹਿੰਦੇ ਵੀ ਇਸ ਨੂੰ ਆਪਾਂ ਹੋਰ ਜਿਹੜੀ ਆ ਰੰਗਤ ਆ ਉਹ ਦਿੱਤੀ ਜਿਹੜੀ ਉਹ ਜਾਵੇ। ਸੋ ਇਹ ਸਾਰਾ ਮਾਮਲਾ ਇਸ ਟਾਈਮ ਇਹ ਸਾਹਮਣੇ ਆਇਆ ਆ। ਸੋ ਪਹਿਲਾਂ ਤਾਂ ਇਹ ਆਇਆ ਸੀਗਾ ਵੀ ਜੇ ਸੇਵਾਦਾਰ ਨੇ ਰੋਕਿਆ, ਪਹਿਲੋਂ ਇਹ ਚਰਚਾ ਚੱਲ ਪਈ ਦੀ ਉਸ ਨੂੰ ਕੱਢ ਦਿੱਤਾ ਆ, ਪਰ ਉਹ ਰਿਊਮਰ ਸੀਗਾ, ਉਹ ਗਲਤ ਜਿਹੜੀ ਉਹ ਖਬਰ ਸੀ, ਉਹ ਅਸਲੀਅਤ ਨਹੀਂ ਸੀ। ਸੋ ਇਨਫੈਕਟ ਉਸ ਦੇ ਨਾਲ ਲੋਕਾਂ ਨੇ ਵੀ ਜਿਹੜਾ ਉਹ ਸਟੈਂਡ ਜਿਹੜਾ ਉਹ ਲਿਆ ਵੀ ਨਹੀਂ, ਜੋ ਉਸਨੇ ਕੀਤਾ ਉਸ ਟਾਈਮ ਦੇ ਉੱਤੇ ਉਸਨੂੰ ਰੋਕਣਾ ਹੀ ਜਿਹੜਾ ਉਹ ਬਣਦਾ ਸੀਗਾ। ਸੋ ਇਸ ਮਾਮਲੇ ਦੇ ਵਿੱਚ ਭਾਜਪਾ ਨੇ ਆਪਣੀ ਸਿੱਖ ਮਰਿਆਦਾ ਦੇ ਵਿਰੁੱਧ ਜਿਹੜੀ ਭੜਾਸ ਕੱਢੀ ਆ, ਜਦ ਕਿ ਜਿਹੜੀਆਂ ਹੋਰ ਧਰਮਾਂ ਦੀਆਂ ਮਰਿਆਦਾ, ਖਾਸ ਕਰਕੇ ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰਦੇ ਜਾਈਏ, ਉੱਥੇ ਬਹੁਤ ਸਾਰੇ ਥਾਵਾਂ ਦੇ ਉੱਤੇ ਮੰਦਿਰਾਂ ਦੇ ਬਾਹਰ ਲਿਖਿਆ ਆ ਵੀ ਇੱਥੇ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਜਾਣਾ ਅਲਾਉਡ ਨਹੀਂ ਆ। ਉਹਨਾਂ ਚੀਜ਼ਾਂ ਦੇ ਉੱਤੇ ਉਹ ਕੁਝ ਵੀ ਨਹੀਂ ਬੋਲਦੇ ਹੁੰਦੇ। ਸੋ ਇਹ ਜਦੋਂ ਹੁਣ ਇਹ ਵੀਡੀਓ CCTV ਫੁਟੇਜ ਵੀ ਜਿਹੜੀ ਉਸ ਤੋਂ ਬਾਅਦ SGPC ਨੇ ਰਿਲੀਜ਼ ਕਰ ਦਿੱਤੀ, ਉਹ ਦਿਖਾ ਦਿੱਤਾ ਵੀ ਪਹਿਲੋਂ ਭਾਈ ਉਹਨੂੰ ਹੱਥ ਜੋੜ ਕੇ ਵਾਪਸ ਜਾਣ ਦੇ ਲਈ ਜਿਹੜਾ ਉਹ ਆਖਿਆ ਵੀ ਭਾਈ ਤੂੰ ਇੱਥੋਂ ਜਾ, ਤੂੰ ਆਪਣੀ ਡਰੈਸ ਚੇਂਜ ਕਰਕੇ ਆ ਜਾ, ਇਹ ਅਲਾਉਡ ਨਹੀਂ ਆ। ਸ਼ਾਰਟ ਡਰੈਸ ਜਿਹੜੀ ਉਹ ਨਹੀਂ ਪਾਉਣੀ ਇੱਥੇ ਅਲਾਉਡ, ਵੀ ਤੂੰ ਪਾ ਕੇ ਆ ਜਾ। ਪਰ ਉੱਥੇ ਬਹਿਸ ਬਸਈਆ ਕਰਦੇ ਰਹੇ, ਤੇ ਵਾਪਸ ਜਦੋਂ ਆਏ ਤਾਂ ਫਿਰ ਇਹਨਾਂ ਨੇ ਇਸ ਨੂੰ ਹੋਰ ਰੰਗਤ ਜਿਹੜੀ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਇੱਥੋਂ ਇਹ ਸਪਸ਼ਟ ਹੁੰਦਾ ਆ ਵੀ ਬਹੁਤ ਸਾਰੇ ਲੋਕ ਉੱਥੇ ਸਿਰਫ ਇਹ ਚਾਹੁੰਦੇ ਆ ਵੀ ਸਾਡੀ ਜਿਹੜੀ ਉਹ ਸੁਣੀ ਜਾਵੇ, ਸਾਡੀ ਜਿਹੜੀ ਗੱਲ ਹੋਵੇ, ਜਿੱਥੇ ਜਾ ਰਹੇ ਉੱਥੇ ਦੀ ਮਰਿਆਦਾ, ਉੱਥੋਂ ਦੇ ਨਿਯਮਾਂ ਦੀ ਉਹਨਾਂ ਨੂੰ ਪਾਲਣਾ ਕਰਨ ਦੀ ਕੋਈ ਬਹੁਤੀ ਸ਼ੌਂਕ ਜਾਂ ਕਹਿ ਲਓ ਵੀ ਬਹੁਤੀ ਜ਼ਰੂਰਤ ਉਹ ਮੰਨਦੇ ਨਹੀਂ ਆ। ਨਾਲੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਉਹ ਜਾ ਰਹੇ ਆ, ਉੱਥੇ ਆਪਣੇ ਸ਼ੌਂਕ ਪੂਰੇ ਕਰਨ ਲਈ ਥੋੜ੍ਹੀ ਜਾ ਰਹੇ ਆ। ਦੁਨੀਆ ਭਰ ਤੋਂ ਲੋਕ ਉੱਥੇ ਜਾਂਦੇ ਨੇ, ਮੁਲਕ ਦੇ ਹੋਰ ਹਿੱਸਿਆਂ ਦੇ ਵਿੱਚੋਂ ਲੋਕ ਜਿਹੜੇ ਉਹ ਜਾਂਦੇ ਨੇ, ਉਹਨਾਂ ਦਾ ਨਾਲ ਤਾਂ ਇੱਦਾਂ ਕਦੇ ਨਹੀਂ ਹੁੰਦਾ। ਇੱਕ ਅਜਿਹੀ ਜਿਹੜੀ ਘਟਨਾ ਹੀ ਕਿਉਂ ਇਸ ਦੇ ਨਾਲ ਜਿਹੜੀ ਹੋਈ, ਕਿਉਂਕਿ ਇਸ ਨੂੰ ਬੁਰਾ ਇਸਨੇ ਮਨਾ ਲਿਆ ਵੀ ਮੈਨੂੰ ਰੋਕਿਆ ਕਿਉਂ ਗਿਆ, ਕਿਉਂਕਿ ਸ਼ਾਰਟ ਡਰੈਸ ਜਿਹੜੀ ਪਾ ਕੇ ਆ, ਉਸ ਨੂੰ ਜਾਣ ਜਿਹੜਾ ਉੱਥੇ ਅੰਦਰ ਨਹੀਂ ਦਿੱਤਾ ਗਿਆ। ਸੋ ਇਹ ਬਹੁਤ ਸਾਰੇ ਲੋਕ ਅਜਿਹੇ ਨਾ ਇਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਦੀ ਜਾਂ ਸਿੱਖਾਂ ਦੀ ਜਿਹੜੀ ਮਰਿਆਦਾ ਆ, ਉਸ ਦੇ ਉੱਤੇ ਹਮਲੇ ਕਰ ਰਹੇ ਨੇ। ਸੋ ਆਪਾਂ ਨੂੰ ਅਜਿਹੇ ਮੌਕਿਆਂ ਦੇ ਉੱਤੇ ਇਹ ਜਿਹੜੀ ਮਰਿਆਦਾ ਆ, ਉਸ ਦੇ ਨਾਲ ਜਿਹੜਾ ਉਹ ਖੜਨਾ ਪੈਣਾ ਆ। ਦੇਖੋ, ਤੁਹਾਡੇ ਕਿਸੇ ਸੰਸਥਾ ਦੇ ਨਾਲ, ਕਿਸੇ ਲੋਕਾਂ ਦੇ ਨਾਲ ਵਿਚਾਰਕ ਮਤਭੇਦ ਤੁਹਾਡੇ ਆਪਣੇ ਹੋ ਸਕਦੇ ਆ, ਪਰ ਇਹ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਦੀਆਂ ਸਾਂਝੀਆਂ ਆ। ਇਹਦੇ ਵਿੱਚ ਇਹ ਨਹੀਂ ਆਪਾਂ ਕਹਿਣਾ ਵੀ ਹਾਂ ਜੀ ਪਹਿਲੋਂ ਜੀ ਉਹਨਾਂ ਤੋਂ ਆਜ਼ਾਦ ਕਰਾਓ ਤੇ ਫਿਰ ਆਪਾਂ ਕਰਾਂਗੇ। ਚਲੋ ਜਦੋਂ ਉਹ ਆਜ਼ਾਦ ਹੋਊਗੀ ਉਹ ਵੱਖਰੀ ਗੱਲ ਆ। ਉਹ ਇੱਕ ਡਿਫਰੈਂਟ ਜਿਹੜੀ ਉਹ ਸਟੋਰੀ ਆ।
ਪਰ ਉਸ ਦੇ ਚੱਲਦਿਆਂ ਇਹ ਨਹੀਂ ਆਪਾਂ ਕਹਿਣਾ ਵੀ ਆਪਾਂ ਮਰਿਆਦਾ ਦੇ ਵਿੱਚ ਜਿਹੜਾ ਉਹ ਘਾਣ ਲਵਾਈ ਜਾਈਏ ਵੀ ਚੱਲ ਤੂੰ ਵੀ ਕਰ ਲਾ, ਚੱਲ ਤੂੰ ਵੀ ਕਰ ਲਾ, ਇੱਦਾਂ ਨਹੀਂ ਆ। ਇੱਥੇ ਸਾਰੀ ਸਿੱਖ ਕੌਮ ਨੂੰ ਇੱਕ ਸਖਤ ਸਟੈਂਡ ਲੈਣ ਦੀ ਜਿਹੜੀ ਉਹ ਜ਼ਰੂਰਤ ਆ। ਮੈਂ ਦੇਖ ਰਿਹਾ ਸੀ ਉੱਥੇ ਕਈ ਕਾਮਰੇਡ ਜਾਂ ਖੱਬੇ ਪੱਖੀ ਆ, ਉਹ ਹੁਣ ਉੱਥੇ ਕਹਿਣ ਲਏ ਸੀ ਵੀ ਆਪਾਂ ਮੁਹਿੰਮ ਚਲਾਈਏ ਜੀ, ਹੁਣ ਝੰਡੇ ਲੈ ਕੇ ਜਾਈਏ ਦਰਬਾਰ ਸਾਹਿਬ। ਦੱਸ ਯਾਰ, ਇਹਨਾਂ ਦਾ ਦਿਮਾਗ ਪਾਗਲ ਹੋ ਗਿਆ, ਖਰਾਬ ਹੋ ਗਏ ਨੇ ਇਹਨਾਂ ਦੇ ਦਿਮਾਗ, ਆਵਾ ਇਹਨਾਂ ਦੇ ਦਿਮਾਗ ਦੇ ਵਿੱਚ ਤੂੜੀ ਭਰ ਗਈ ਆ। ਕੀ ਜਿਹੜੀਆਂ ਇਹ ਗੱਲਾਂ ਕਿਸ ਪਾਸੇ ਵੱਲ ਨੂੰ ਜਿਹੜੀਆਂ ਉਹ ਕਰ ਰਹੇ ਆ। ਤੁਹਾਡੇ ਘਰੇ ਕਿਸੇ ਮਰਿਆਦਾ ਦੇ ਅਨੁਸਾਰ ਕੋਈ ਨਾ ਆਵੇ, ਤੁਸੀਂ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਜਾ ਕੇ ਦੇਖੋ ਵੀ ਇਹ ਕੀ ਜਿਹੜਾ ਇਹ ਕਰਦੇ ਫਿਰਦੇ। ਇੱਦਾਂ ਹੁੰਦਾ ਹੈ? ਇਹ ਇੱਕ ਨਵੀਂ ਜਿਹੜੀ ਇਹ ਚੀਜ਼ ਚਲਾਉਣ ਦੀ ਤਿਰੰਗੇ ਦਾ ਮਹਾਰਾਜ ਜਦੋਂ ਜੂਨ 84 ਤੋਂ ਕਤਲੇਆਮ ਜਿਹੜਾ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਤਿਰੰਗਾ ਝੰਡਾ ਹੀ ਉੱਥੇ ਲਾਇਆ ਸੀਗਾ। ਕੀ ਜਿਹੜਾ ਉਹਦੇ ਵਿੱਚ ਕੀ ਖੱਟ ਲਿਆ ਸੀ ਇਸ ਤਿਰੰਗੇ ਝੰਡਿਆਂ ਦੇ ਨਾਲ? ਕੀ ਜਿਹੜਾ ਉੱਥੇ ਖੱਟਿਆ? ਸਾਨੂੰ ਤਾਂ ਹਮੇਸ਼ਾ ਉਸ ਚੀਜ਼ ਦੀ ਹੀ ਯਾਦ ਆਉਣੀ ਹੈ ਜਦੋਂ ਉੱਥੇ ਇੱਦਾਂ ਦੀ ਚੀਜ਼ ਜਿਹੜੀ ਉਹ ਆਪਾਂ ਦੇਖਦੇ। ਸੋ ਇਹ ਚੀਜ਼ਾਂ ਜਿਹੜੀਆਂ ਕਹਿਣੀਆਂ ਕਰਨੀਆਂ ਟੋਟਲੀ ਗਲਤ ਆ ਤੇ ਇਹ ਇੰਡੀਆ ਦਾ ਪਾਰਟ ਨਹੀਂ ਆ, ਇਹ ਇੱਦਾਂ ਨਹੀਂ ਆ। ਹੁਣ ਤੁਸੀਂ ਦੇਖੋ ਵੀ ਉੱਥੇ ਕਈ ਫੌਜੀਆਂ ਦੀਆਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਜਿਹੜੀਆਂ ਬਟਾਲਨਾਂ ਦੀਆਂ ਉੱਥੇ ਪੱਥਰ ਜਿਹੜੇ ਉਹ ਲੱਗੇ ਹੋਏ ਆ, ਉੱਥੇ ਅੰਦਰ ਜਾਂਦੇ ਇਹਦੇ ਵਿੱਚ ਤਾਂ ਗੱਲ ਹੀ ਨਹੀਂ ਜਿਹੜੀ ਕੋਈ ਉਹ ਬਣਦੀ। ਉੱਥੋਂ ਦੇ ਲੋਕ ਤਾਂ ਜਾਂਦੇ ਆ ਫੌਜ ਦੇ ਵਿੱਚ ਵੱਧ ਚੜ ਕੇ ਜਾਂਦੇ, ਉਹ ਤਿਰੰਗੇ ਵਾਸਤੇ ਹੀ ਜਾ ਰਹੇ ਆ। ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਭੜਕਾਹਟ ਪੈਦਾ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰ ਰਹੀ ਆ। ਸੋ ਇਹ ਜਿਹੜਾ ਹਾਈ ਵੋਲਟੇਜ ਡਰਾਮਾ ਇਸ ਯਾਤਰੂ ਕੁੜੀ ਨੇ ਜਿਹੜਾ ਉਹ ਉੱਥੇ ਕੀਤਾ, ਉਹਦੇ ਨਾਲ ਜਿਹੜੇ ਆਏ ਉਹਦੇ ਜੀਆਂ ਨੇ ਜਿਹੜਾ ਉਹ ਕੀਤਾ, ਇਹ ਟੋਟਲੀ ਗਲਤ ਆ, ਇਹ ਨਿੰਦਣਯੋਗ ਹੈਗਾ ਆ। ਕੋਈ ਹੁਣ ਸਿੱਖਾਂ 'ਚ ਉੱਠ ਕੇ ਕਹਿਣ ਲੱਗ ਜਾਏ ਵੀ ਹਿੰਦੂਆਂ ਨੂੰ ਇੱਦਾਂ ਨਹੀਂ ਜੀ, ਇੱਦਾਂ ਕਰਨਾ ਚਾਹੀਦਾ। ਉਹ ਲਾਈਕ ਥੋੜ੍ਹੀ ਕਰੂਗਾ ਉਹ ਵਾਲੇ, ਉਹ ਕਹਿਣਗੇ ਵੀ ਸਾਡੀ ਆਪਣੀ ਮਰਿਆਦਾ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ। ਜਾਂ ਕੋਈ ਦੱਸੇ ਵੀ ਮੁਸਲਮਾਨਾਂ ਨੂੰ ਕਿੱਦਾਂ ਕਰੋ, ਜਾਂ ਕੋਈ ਦੱਸੇ ਯਹੂਦੀਆਂ ਨੂੰ ਤੁਸੀਂ ਕਿੱਦਾਂ ਆਪਣਾ ਥਾਵਾਂ ਦੇ ਉੱਤੇ ਕਿੱਦਾਂ ਰਹਿਣਾ ਆ, ਤੁਹਾਡੇ ਜਿਹੜਾ ਉਹ ਕੀ ਆ। ਇਸ ਟਾਈਮ ਕੀ ਜਿਹੜੀ ਚੀਜ਼ ਦੇਖੀ ਜਾ ਰਹੀ ਆ ਵੀ ਇਹ ਰਾਸ਼ਟਰਵਾਦ ਜਿਹੜਾ ਇੱਕ ਧਰਮ ਤੋਂ ਉੱਤੇ ਜਿਹੜਾ ਉਹ ਨਿਕਲਦਾ ਜਿਹੜਾ ਉਹ ਜਾ ਰਿਹਾ ਨਾ, ਧਰਮ ਦੇ ਵਿੱਚ ਤਾਂ ਫਿਰ ਇੱਕ ਰੱਬ ਆ, ਰਾਸ਼ਟਰਵਾਦ ਦਾ ਕੋਈ ਰੱਬ ਨਹੀਂ। ਉਹਦੇ ਸਿਰਫ ਇਹ ਚਿੰਨ੍ਹ ਨੇ। ਇਹਨਾਂ ਚਿੰਨ੍ਹਾਂ ਨੂੰ ਲੈ ਕੇ ਕੋਈ ਵੀ ਉਹਨਾਂ ਦੇ ਵਿੱਚ ਮਾੜੀ ਜਿੰਨੀ ਵੀ ਕਹਿ ਲਓ ਵੀ ਲੀਨੀਅੰਸੀ ਨਹੀਂ, ਉਹਨਾਂ ਨੇ ਸੁਣਨੀ ਨਹੀਂ। ਉਹਨਾਂ ਨੇ ਕਹਿਣਾ ਵੀ ਜਿਹੜਾ ਵੀ ਕੋਈ ਕਰ ਰਿਹਾ ਉਹ ਗਲਤ ਆ। ਤੇ ਖਾਸ ਕਰਕੇ ਰਾਸ਼ਟਰਵਾਦ ਨੂੰ ਹਮੇਸ਼ਾ ਹੀ ਜਿਹੜੀ ਮੈਜੋਰਟੀ ਹੁੰਦੀ ਆ, ਜਿਹੜੀ ਉੱਥੇ ਬਹੁ ਵਸੋਂ ਹੁੰਦੀ ਆ, ਉਹੀ ਉਸ ਨੂੰ ਸਭ ਤੋਂ ਵੱਧ ਜਿਹੜੀ ਆ ਉਹ ਵਰਤਦੀ ਹੁੰਦੀ ਆ। ਸੋ ਇਸ ਟਾਈਮ ਭਾਰਤ ਵਿੱਚ ਇਹ ਨਵਾਂ ਧਰਮ ਜਿਹੜਾ ਆ ਉਹ ਰਾਸ਼ਟਰਵਾਦ ਦਾ, ਉਹ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਰਿਹਾ। ਇਕੱਲਾ ਉੱਥੇ ਨਹੀਂ ਬਟ ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਇਸੇ ਹੀ ਰਾਹ ਦੇ ਉੱਤੇ ਜਿਹੜੇ ਤੁਰੇ ਆ, ਜਿਸ ਦੇ ਵਿੱਚ ਰੱਬ ਨੂੰ, ਜ਼ਿੰਦਗੀ ਨੂੰ ਚੰਗਾ ਕਿੱਦਾਂ ਬਣਾਉਣਾ ਉਸ ਦਾ ਕੋਈ ਧਿਆਨ ਨਹੀਂ ਆ। ਉਸ ਦੇ ਵਿੱਚ ਚੰਗਿਆਈ ਵਾਲੀ ਗੱਲ ਨਹੀਂ ਆ। ਬਸ ਜੀ ਸਾਡੇ ਝੰਡੇ ਨੂੰ ਨਾ ਕੁਛ ਕਹੋ, ਸਾਡੇ ਇਹਨੂੰ ਨਾ ਕੁਛ ਕਹੋ, ਇਹ ਇੱਦਾਂ ਆ। ਹਰ ਇੱਕ ਚੀਜ਼ ਦੇ ਵਿੱਚ ਆ ਜਿਹੜਾ ਇਹਨਾਂ ਨੇ ਮੁੱਦਾ ਜਿਹੜਾ ਉਹ ਘੜੀਸ ਲੈਣਾ ਹੁੰਦਾ ਆ। ਦੂਜਿਆਂ ਨੂੰ ਉਹਨਾਂ ਨੇ ਟਿੱਚ ਨਹੀਂ ਜਾਣ ਦੇਣਾ। ਬਾਕੀ ਧਰਮ ਉਹਨਾਂ ਦੇ ਲਈ ਸਾਰੇ ਹੀ ਮਾੜੇ ਜਿਹੜੇ ਉਹ ਬਣਦੇ ਜਾਣੇ ਆ। ਉਹ ਚਾਹੁੰਦੇ ਆ ਵੀ ਸਿਰਫ ਤੇ ਸਿਰਫ ਸਾਡਾ ਜਿਹੜਾ ਇੱਕ ਰਾਸ਼ਟਰਵਾਦ ਦਾ ਧਰਮ ਆ ਉਸੇ ਨੂੰ ਹੀ ਮੰਨੋ। ਤੇ ਦੇਖੋ ਮੁਲਕ ਤਾਂ ਚੇਂਜ ਹੁੰਦੇ ਰਹਿੰਦੇ ਆ, ਇਹਨਾਂ ਦੀਆਂ ਸਰਹੱਦਾਂ ਜਿਹੜੀਆਂ ਆ ਉਹ ਚੇਂਜ ਹੁੰਦੀਆਂ ਰਹਿੰਦੀਆਂ। ਅੱਜ ਜੋ ਭਾਰਤ ਦੀਆਂ ਸਰਹੱਦਾਂ ਆ, ਅੱਜ ਤੋਂ ਜੇ ਤੁਸੀਂ ਕੁਛ ਸਦੀਆਂ ਪਹਿਲਾਂ ਪਿੱਛੇ ਚਲੇ ਜਾਓ ਤਾਂ ਇੱਦਾਂ ਨਹੀਂ ਸੀਗੀਆਂ। ਅਮਰੀਕਾ ਦੀਆਂ ਗੱਲਾਂ ਕਰ ਲਓ, ਮੈਕਸੀਕੋ ਦੀਆਂ ਕਰ ਲਓ, ਕੈਨੇਡਾ ਦੀਆਂ ਕਰ ਲਓ, ਰੂਸ ਦੀਆਂ ਕਰ ਲਓ, ਬਹੁਤ ਦੁਨੀਆ ਦੇ ਉੱਤੇ ਜਿਹੜੇ ਮੁਲਕ ਆ ਇਸ ਟਾਈਮ ਆ, ਇਹਨਾਂ ਦੀਆਂ ਹੱਦਾਂ ਸਰਹੱਦਾਂ ਚੇਂਜ ਹੁੰਦੀਆਂ ਰਹੀਆਂ, ਚੇਂਜ ਹੁੰਦੇ ਰਹਿਣੇ, ਪਰ ਧਰਮ ਜਿਹੜੇ ਆ ਉਹ ਧਰਮ ਉਹੀ ਰਹਿੰਦੇ ਆ। ਸੋ ਉਸ ਚੀਜ਼ ਦੇ ਨਾਲ ਜਿਹੜਾ ਉਹ ਆਪਣੇ ਇਕਾਦੇ ਦੇ ਨਾਲ ਜੁੜੋ। ਦੂਜੇ ਦੇ ਧਰਮ ਨੂੰ ਮਾੜਾ ਦਿਖਾਉਣਾ, ਦੂਜੇ ਦੇ ਧਾਰਮਿਕ ਥਾਵਾਂ ਨੂੰ ਇੱਕ ਪਰਯਟਕ ਯਾਤਰੂ ਥਾਵਾਂ ਬਣਾ ਕੇ ਜਿਹੜਾ ਉਹ ਤੁਸੀਂ ਘੁੰਮਣਾ ਫਿਰਨਾ, ਉੱਥੇ ਰੀਲਾਂ ਜਿਹੜੀਆਂ ਉਹ ਬਣਾਉਣੀਆਂ, ਗਾਣਿਆਂ ਦੇ ਉੱਤੇ ਨੱਚਣਾ, ਇਹ ਜਿਹੜਾ ਉਹ ਕਰਨ ਨਾ ਜਾਓ। ਜੇ ਤੁਸੀਂ ਵਾਕਈ ਚਾਹੁੰਦੇ ਆ ਵੀ ਐਜ਼ ਏ ਯਾਤਰੂ ਤੁਸੀਂ ਕਿਸੇ ਹੋਰ ਧਰਮ ਬਾਰੇ ਸਿੱਖਣਾ, ਤਾਂ ਫਿਰ ਉਹ ਐਜ਼ ਏ ਸ਼ਰਧਾਲੂ ਦੇ ਰੂਪ ਦੇ ਵਿੱਚ ਜਾਓ, ਨਾ ਕਿ ਇੱਕ ਸੈਲਾਨੀ ਦੇ ਤੌਰ ਦੇ ਉੱਤੇ ਜਿਹੜਾ ਉੱਥੇ ਤੁਸੀਂ ਘੁੰਮਣ ਫਿਰਨ ਦੇ ਲਈ ਜਿਹੜਾ ਉਹ ਤੁਸੀਂ ਜਾਣਾ ਆ। ਉਹ ਹਰ ਇੱਕ ਦੇ ਲਈ, ਉਸ ਧਰਮ ਦੇ ਲਈ ਉਹ ਬੜਾ ਪਵਿੱਤਰ ਮੁਕੱਦਸ ਥਾਂ ਹੁੰਦੇ ਆ। ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ
ਉਹ ਅਲਾਊਡ ਨਹੀਂ ਹੁੰਦੀਆਂ। ਇਹ ਤਾਂ ਆਪਣੀ ਕਾਮਨ ਸੈਂਸ ਨੂੰ ਜਿਹੜਾ ਉਹ ਵਰਤਣਾ ਚਾਹੀਦਾ ਆ ਵੀ ਜੇ ਤੁਹਾਨੂੰ ਚੰਗਾ ਨਹੀਂ ਲੱਗੂਗਾ ਵੀ ਤੁਹਾਡੇ ਧਾਰਮਿਕ ਥਾਵਾਂ ਦੇ ਉੱਤੇ ਆ ਕੇ ਕੋਈ ਇੱਦਾਂ ਚੀਜ਼ਾਂ ਜਿਹੜੀਆਂ ਬੇਹੂਦੀਆਂ ਕਰੇ ਤੇ ਫਿਰ ਤੁਸੀਂ ਜਾ ਕੇ ਕਿਉਂ ਕਰੋ। ਸੋ ਇਹ ਚੀਜ਼ਾਂ ਲੋਕਾਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਪਰ ਇਹ ਆ ਵੀ ਉਸ ਨੂੰ ਮਨਾ ਕੀਤਾ ਗਿਆ, ਤੰਬਾਕੂ ਉਹਨਾਂ ਦੀਆਂ ਜੇਬਾਂ 'ਚੋਂ ਨਿਕਲਿਆ ਤੇ ਉਹ ਉਹਨਾਂ ਨੇ ਉੱਥੇ ਟਰੈਸ਼ ਦੇ ਵਿੱਚ ਸਿੱਟਿਆ। ਅੰਦਰ ਵੜਨ ਤੋਂ ਪਹਿਲਾਂ ਉੱਥੇ ਸੇਵਾਦਾਰ ਨੇ ਧਿਆਨ ਦੇ ਨਾਲ ਦੇਖ ਲਿਆ ਤੇ ਉਹਨਾਂ ਨੇ ਰੋਕ ਦਿੱਤਾ ਵੀ ਭਾਈ ਆਹ ਚੀਜ਼ ਨਹੀਂ ਅਲਾਊਡ, ਛੋਟੀ ਡਰੈਸ ਨਹੀਂ ਅਲਾਊਡ, ਤੁਸੀਂ ਜਿਹੜੇ ਨਿਯਮਾਂ ਦੀ ਪਾਲਣਾ ਕਰੋ, ਮਰਿਆਦਾ ਦੀ ਪਾਲਣਾ ਕਰੋ ਤੇ ਫਿਰ ਤੁਸੀਂ ਜਾ ਸਕਦੇ ਆ। ਪਰ ਉਹਨਾਂ ਨੇ ਬਾਤ ਦਾ ਪਤੰਗੜ ਹਾਈ ਵੋਲਟੇਜ ਡਰਾਮਾ ਜਿਹੜਾ ਉੱਥੇ ਜਾਣ-ਬੁੱਝ ਕੇ ਉੱਥੇ ਕ੍ਰੀਏਟ ਕਰ ਦਿੱਤਾ। ਇਹ ਉਸ ਬੀਬੀ ਦੀ ਇਹ ਪੂਰੀ ਜਿਹੜੀ ਕਾਰਵਾਈ ਆ ਉੱਥੇ ਉਹਨੇ ਕੀਤੀ ਹੈਗੀ ਆ। ਅਗਲੀ ਜਿਹੜੀ ਗੱਲ ਕਰੀਏ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਸਵਾਲ ਜਿਹੜੇ ਆ ਅਕਸਰ ਉੱਠਦੇ ਰਹਿੰਦੇ ਆ। ਕੈਨੇਡਾ ਦੇ ਵਿੱਚ ਆਪਾਂ ਦੇਖਿਆ ਬੀਤੇ ਦਿਨਾਂ 'ਚ ਫਰਜ਼ੀ ਜਿਹੜੀਆਂ ਆ ਐਡਮਿਸ਼ਨ ਲੈਟਰਸ ਦਾ ਮੁੱਦਾ ਜਿਹੜਾ ਉਹ ਬਹੁਤ ਚੱਲਿਆ। ਲੈਟਰਸ ਦਾ ਜਿਹੜਾ ਉਹ ਚੱਲਿਆ, ਹੁਣ ਉਸੇ ਚੀਜ਼ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਜਿਹੜੇ ਕਈ ਭਾਰਤੀ ਰਾਜਾਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਲਾ ਦਿੱਤੀ ਆ, ਬੈਨ ਲਾ ਦਿੱਤਾ ਆ। ਆਸਟ੍ਰੇਲੀਆ ਵਿੱਚ ਕਹਿੰਦੇ ਵੀ ਇਸ ਸਾਲ ਭਾਰਤ ਤੋਂ ਜਿਹੜੇ ਵਿਦਿਆਰਥੀਆਂ ਦੀ ਗਿਣਤੀ 75,000 ਦਾ ਜਿਹੜਾ ਆંકੜਾ 2019 'ਚ ਸੀਗਾ ਉਸ ਨੂੰ ਪਾਰ ਕਰਨ ਦੀ ਸੰਭਾਵਨਾ ਆ। 5 ਯੂਨੀਵਰਸਿਟੀ ਆਸਟ੍ਰੇਲੀਆ ਦੀਆਂ ਨੇ, ਉਹਨਾਂ ਨੇ ਪੰਜਾਬ ਸਣੇ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੂੰ ਲੈਣ ਤੋਂ ਉਹਨਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਜਿਹੜੀ ਆ ਉਹ ਲਾ ਦਿੱਤੀ ਆ, ਬੈਨ ਲਾ ਦਿੱਤਾ ਆ। ਗਲੋਬਲ ਐਜੂਕੇਸ਼ਨ ਫਾਰਮਸ ਨੇਵੀਟਾਸ ਦੇ ਜਿਹੜੇ ਜੌਨ ਚਿਊ ਆ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਉਮੀਦ ਨਾਲੋਂ ਕਿਤੇ ਵੱਧ ਆ ਤੇ ਗਿਣਤੀ ਕਾਫੀ ਵਧੇਗੀ ਤੇ ਨਾਲ ਹੀ ਕਹਿੰਦੇ ਵੀ ਫਰਜ਼ੀ ਵਿਦਿਆਰਥੀਆਂ ਦੀ ਗਿਣਤੀ ਵੀ ਜਿਹੜੀ ਉਹ ਵਧੀ ਹੈਗੀ ਆ। ਸੋ ਫਰਜ਼ੀ ਵਿਦਿਆਰਥੀ ਕੀ ਆ ਵੀ ਨਕਲੀ ਸਰਟੀਫਿਕੇਟਾਂ ਵਾਲੇ, ਨਕਲੀ ਜਿਹੜੀਆਂ ਆ ਉਹ ਯੂਨੀਵਰਸਿਟੀਆਂ ਦੇ ਲੈਟਰ ਬਣਾ ਕੇ ਜਿਹੜੇ ਉਹ ਉੱਥੇ ਜਾ ਰਹੇ ਆ। ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆਸਟ੍ਰੇਲੀਆ ਦੀਆਂ ਜਿਹੜੀਆਂ 5 ਯੂਨੀਵਰਸਿਟੀਆਂ ਆ ਉਹਨਾਂ ਨੇ ਇਸ ਦੇ ਉੱਤੇ ਪੱਕੀਆਂ ਜਿਹੜੀਆਂ ਉਹ ਪਾਬੰਦੀਆਂ ਲਾ ਦਿੱਤੀਆਂ। ਵਿਕਟੋਰੀਆ ਯੂਨੀਵਰਸਿਟੀ, ਐਡਿਥ ਕੋਵਨ ਯੂਨੀਵਰਸਿਟੀ, ਵੋਲੋਗੋਂਗ ਯੂਨੀਵਰਸਿਟੀ, ਟੋਰੇਨਸ ਯੂਨੀਵਰਸਿਟੀ ਤੇ ਸਾਊਥ ਕ੍ਰਾਸ ਯੂਨੀਵਰਸਿਟੀ, ਇਹਨਾਂ ਨੇ ਜਿਹੜੀਆਂ ਭਾਰਤ ਤੋਂ ਆ ਰਹੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਪਾਬੰਦੀਸ਼ੁਦਾ ਇਹ ਜਿਹੜੀ ਕਾਰਵਾਈ ਆ ਉਹ ਹੁਣ ਕਰ ਦਿੱਤੀ ਆ। ਫਰਵਰੀ ਵਿੱਚ ਪਰਥ ਵਿੱਚ ਜਿਹੜੀ ਐਡਿਥ ਕੋਵਨ ਜਿਹੜੀ ਯੂਨੀਵਰਸਿਟੀ ਸੀਗੀ ਉਸਨੇ ਪੰਜਾਬ ਤੇ ਹਰਿਆਣਾ ਦੇ ਰਾਜਾਂ ਤੇ ਜਿਹੜੇ ਆ ਉਹਦੇ ਉੱਤੇ ਪਾਬੰਦੀ ਲਾਈ ਸੀ ਤੇ ਹੁਣ ਇਸ ਤੋਂ ਬਾਅਦ 'ਚ ਵਿਕਟੋਰੀਆ ਯੂਨੀਵਰਸਿਟੀ ਨੇ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ ਸਮੇਤ ਜਿਹੜੇ 8 ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾ ਦਿੱਤੀਆਂ ਆ। ਉਹ ਮਾਮਲਾ ਉਹੀ ਆ, ਨਕਲੀ ਜਿਹੜੀਆਂ ਆ ਉਹ ਫਰਜ਼ੀ ਜਿਹੜੇ ਵਿਦਿਆਰਥੀਆਂ ਦੀ ਗਿਣਤੀ ਆ ਉਸ ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਇਹ ਸਾਰੀ ਸਥਿਤੀ ਇਸ ਟਾਈਮ ਚੱਲ ਰਹੀ ਆ ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਨਿਆਣੇ ਜਿਹੜੇ ਉੱਥੇ ਜਾਂਦੇ ਨੇ ਵੀ ਭਾਈ ਆਪਾਂ ਇੱਕ ਚੰਗੇ ਜੀਵਨ ਦੇ ਲਈ ਜਿਹੜੋ ਜਾਵਾਂਗੇ, ਪਰ ਕਈ ਵਾਰੀ ਯੂਨੀਵਰਸਿਟੀਆਂ ਨਕਲੀ, ਕਈ ਵਾਰੀ ਕੁਛ ਹੋਰ ਜਿਹੜਾ ਆ ਉਹ ਨਕਲੀ ਦੇਖਣ ਨੂੰ ਉੱਥੇ ਮਿਲ ਰਿਹਾ ਤੇ ਉਹਦਾ ਖਾਮਿਆਜ਼ਾ ਜਿਹੜਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਆ। ਸੋ ਗੱਲਬਾਤ ਨੂੰ ਹੁਣ ਆਪਾਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹਾਂ। ਮਿਲਾਂਗੇ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।